ਮੇਰੇ ਪਿਆਰੇ ਭੈਣੋ ਭਾਈਓ, ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦਾ ਧੰਨਵਾਦ ਹੈ ਅੱਜ ਦੇ ਇਸ ਦਿਨ ਵਾਸਤੇ ਜੋ ਪਰਮੇਸ਼ਵਰ ਨੇ ਸਾਨੂੰ ਆਪਣੇ ਚਰਨਾਂ 'ਚ ਬਖਸ਼ਿਆ ਕਿ ਇੱਕ ਵਾਰੀ ਫੇਰ ਅਸੀਂ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਪ੍ਰਭੂ ਦੀ ਬਾਣੀ 'ਤੇ ਵਿਚਾਰ ਕਰ ਸਕੀਏ, ਪ੍ਰਭੂ ਦੇ ਵਚਨਾਂ 'ਤੇ ਵਿਚਾਰ ਕਰ ਸਕੀਏ। ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਆਪੋ ਆਪਣੇ ਘਰਾਂ 'ਚ ਠੀਕ ਠਾਕ ਜੇ। ਪਰਮੇਸ਼ਵਰ ਦਾ ਧੰਨਵਾਦ ਹੈ। ਔਰ ਪਿਛਲਾ ਸਾਰਾ ਹਫਤਾ ਪ੍ਰਭੂ ਨੇ ਸਾਨੂੰ ਸੰਭਾਲ ਕੇ ਰੱਖਿਆ, ਬਲਕਿ ਇਸ ਸਾਰੇ ਸਮੇਂ 'ਚ ਹੀ ਜੋ ਖਾਸ ਕਰਕੇ ਜਿਹੜਾ ਬਿਮਾਰੀ ਦਾ ਸਮਾਂ ਰਿਹਾ, ਇਸ ਦੌਰਾਨ ਪ੍ਰਭੂ ਨੇ ਆਪਣੀ ਦਇਆ ਕਿਰਪਾ ਨੂੰ ਬਣਾਈ ਰੱਖਿਆ। ਪਰਮੇਸ਼ਵਰ ਦਾ ਧੰਨਵਾਦ ਹੈ। ਔਰ ਪ੍ਰਭੂ ਨੇ ਚਾਹਿਆ ਤਾਂ ਜਲਦੀ ਅਸੀਂ ਸੰਗਤ ਲਈ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤ ਅਸੀਂ ਸ਼ੁਰੂ ਕਰੀਏ। ਜੇ ਅਸੀਂ ਸ਼ੁਰੂ ਕਰਾਂਗੇ ਤਾਂ ਸ਼ੁਰੂ 'ਚ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਸਾਰਾ ਪਰਿਵਾਰ ਨਾ ਆਵੇ, ਇੱਕ ਪਰਿਵਾਰ 'ਚੋਂ ਇੱਕ ਜੀ ਇੱਕ ਵਾਰੀ ਕਰਕੇ ਆ ਜਾਏ, ਤਾਂ ਕਿ ਜਿਹੜੇ ਪਰਹੇਜ਼ ਜ਼ਰੂਰੀ ਨੇ ਉਹ ਵੀ ਰੱਖੇ ਜਾਣ ਜਦੋਂ ਤੱਕ ਹਾਲਾਤ ਨੋਰਮਲ ਨਹੀਂ ਹੁੰਦੇ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਪਹਿਲਾਂ ਸੰਗਤੀ ਕਰਦੇ ਸੀ ਉਸੇ ਤਰ੍ਹਾਂ ਅਸੀਂ ਸੰਗਤੀ ਕਰਾਂਗੇ। ਸੋ ਇਸ ਬਾਰੇ ਵਿਚਾਰ ਕਰ ਰਹੇ ਹਾਂ। ਜ਼ਰੂਰ ਛੇਤੀ ਅਸੀਂ ਇਸ ਤਰ੍ਹਾਂ ਨਾਲ ਸ਼ੁਰੂ ਕਰਾਂਗੇ ਕਿ ਪਰਿਵਾਰ 'ਚੋਂ ਇੱਕ ਜਣਾ ਆਵੇ। ਔਰ ਬੱਚਿਆਂ ਨੂੰ ਖਾਸ ਕਰਕੇ ਘਰਾਂ 'ਚ ਰੱਖਿਆ ਜਾਵੇ, ਬੱਚਿਆਂ ਨੂੰ ਨਾ ਲਿਆਂਦਾ ਜਾਵੇ। ਸੋ ਇੱਕ ਜਣਾ ਪਰਿਵਾਰ ਦੇ ਵਿੱਚੋਂ ਇੱਕ ਵਾਰੀ ਕਰਕੇ ਆ ਸਕਦਾ ਹੈ। ਔਰ ਉਹ ਵੀ ਜ਼ਿਆਦਾ ਦੇਰ ਨਹੀਂ, ਜਲਦੀ ਪਰਮੇਸ਼ਵਰ ਜਿਸ ਤਰ੍ਹਾਂ ਮਦਦ ਕਰੇਗਾ ਉਹ ਵੀ ਅਸੀਂ ਹੌਲੀ ਹੌਲੀ ਕਰਕੇ ਅਤੇ ਉਸ ਨੂੰ ਨੋਰਮਲ ਜਿਸ ਤਰ੍ਹਾਂ ਪਹਿਲਾਂ ਸੰਗਤ ਕਰਦੇ ਸੀ ਉਸੇ ਤਰ੍ਹਾਂ ਕਰਾਂਗੇ। ਸੋ ਕੁਝ ਸਮਾਂ ਪਰਮੇਸ਼ਵਰ ਨੇ ਜਿਸ ਤਰ੍ਹਾਂ ਜੋ ਉਹਨੇ ਠਹਿਰਾਇਆ, ਜੋ ਉਹਦੀ ਮਰਜ਼ੀ ਹੈ, ਉਸੇ ਤਰ੍ਹਾਂ ਹੀ ਅਜੇ ਚੱਲੇਗਾ। ਔਰ ਉਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਚਰਨਾਂ ਚੁੱਕ ਕੇ ਸੰਗਤ ਕਰਾਂਗੇ। ਸੋ ਪਰਮੇਸ਼ਵਰ ਦਾ ਧੰਨਵਾਦ ਹੈ ਅੱਜ ਦੇ ਦਿਨ ਵਾਸਤੇ। ਅਸੀਂ ਪਰਮੇਸ਼ਵਰ ਦੇ ਵਚਨਾਂ 'ਤੇ ਵਿਚਾਰ ਕਰਨ ਜਾ ਰਹੇ ਹਾਂ। ਔਰ ਉਸ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ ਔਰ ਫਿਰ ਅਸੀਂ ਪਰਮੇਸ਼ਵਰ ਦੇ ਵਚਨ 'ਤੇ ਵਿਚਾਰ ਕਰਾਂਗੇ। ਇਹ ਪ੍ਰਾਰਥਨਾ ਕਰਾਂਗੇ। ਪ੍ਰਭੂ ਜੀ, ਆਪ ਦਾ ਧੰਨਵਾਦ, ਆਪ ਦਾ ਸ਼ੁਕਰ ਕਰਦੇ ਸੁੰਦਰ ਸਮੇਂ ਲਈ। ਆਪ ਦੇ ਨਾਂ ਦੀ ਵਡਿਆਈ ਕਰਦੇ ਹਾਂ ਜੋ ਪ੍ਰਭੂ ਆਪ ਨੇ ਮਹਾਨ ਪਰਮੇਸ਼ਵਰ ਅੱਜ ਦੇ ਦਿਨ ਸਾਡੀਆਂ ਜ਼ਿੰਦਗੀਆਂ 'ਚ ਦਿਨ ਬਖਸ਼ਿਆ ਕਿ ਅਸੀਂ ਆਪ ਦੇ ਚਰਨਾਂ ਚੁੱਕ ਕੇ ਆਪ ਦੇ ਨਾਂ ਦੀ ਵਡਿਆਈ ਕਰ ਸਕੀਏ, ਆਪ ਦੇ ਨਾਂ ਦੀ ਮਹਿਮਾ ਕਰ ਸਕੀਏ। ਦਇਆ ਦੇ ਧਨੀ ਪਰਮੇਸ਼ਵਰ, ਆਪ ਸਾਡੇ ਖੁਦਾ ਜੇ, ਸਾਡੇ ਮਾਲਕ ਜੇ ਪਿਆਰੇ ਪਰਮੇਸ਼ਵਰ, ਸਾਡੀਆਂ ਜ਼ਿੰਦਗੀਆਂ ਦੇ ਦਾਤਾ ਜੇ ਪਿਆਰੇ ਪਰਮੇਸ਼ਵਰ। ਪਿਤਾ ਪਰਮੇਸ਼ਵਰ, ਆਪ ਦੇ ਨਾਂ ਦੀ ਵਡਿਆਈ ਕਰਦੇ ਇਸ ਸਮੇਂ ਦੌਰਾਨ ਪ੍ਰਭੂ ਆਪ ਨੇ ਸਾਨੂੰ ਸੰਭਾਲ ਕੇ ਰੱਖਿਆ, ਆਪਣੀ ਦਇਆ ਕਿਰਪਾ 'ਚ ਬਣਾਈ ਰੱਖਿਆ। ਪਿਆਰੇ ਪਰਮੇਸ਼ਵਰ, ਦਿਲ ਤੋਂ ਸ਼ੁਕਰਗੁਜ਼ਾਰ ਹਾਂ ਖੁਦਾਵੰਦ ਹੈ। ਔਰ ਪਿਆਰੇ ਪਰਮੇਸ਼ਵਰ, ਆਪ ਦੇ ਨਾਂ ਦੀ ਵਡਿਆਈ ਕਰਦੇ ਹਾਂ ਪ੍ਰਭੂ ਅੱਜ ਦੇ ਦਿਨ ਵਾਸਤੇ ਵੀ ਜੋ ਆਪ ਨੇ ਆਪਣੇ ਚਰਨਾਂ 'ਚ ਸਾਨੂੰ ਬਖਸ਼ਿਆ। ਕੁਝ ਦੇਰ ਆਪ ਦੇ ਵਚਨਾਂ 'ਤੇ ਵਿਚਾਰ ਕਰਨ ਜਾ ਰਹੇ ਪ੍ਰਭੂ। ਜਿਵੇਂ ਅਸੀਂ ਹਰ ਐਤਵਾਰ ਬੈਠਦੇ ਹਾਂ ਔਰ ਵਿਚਾਰ ਕਰਦੇ ਹਾਂ ਪ੍ਰਭੂ, ਆਪ ਸਾਡੀ ਮਦਦ ਸਹਾਇਤਾ ਕਰਨਾ। ਪਿਆਰੇ ਪਰਮੇਸ਼ਵਰ, ਆਪ ਦਾ ਆਤਮਾ ਮੇਰੇ ਭੈਣਾਂ ਭਾਈਆਂ ਦੇ ਨਾਲ ਔਰ ਆਪਣੇ ਇਸ ਤੁੱਛ ਦਾਸ ਦੇ ਨਾਲ ਗੱਲ ਕਰੇ ਪ੍ਰਭੂ ਜੀ। ਬਾਣੀ ਆਪ ਦੀ, ਅਸੀਂ ਆਪ ਦੇ ਪਿਆਰੇ ਪਰਮੇਸ਼ਵਰ। ਵਚਨ ਪ੍ਰਭੂ ਜੀ ਸਾਡੇ ਸਾਰਿਆਂ ਲਈ ਹੈ ਔਰ ਮਹਾਨ ਪਰਮੇਸ਼ਵਰ ਸਾਡੇ ਮਨ ਦੀ ਤਾਂਘ ਇਹੀ ਹੁੰਦੀ ਕਿ ਅਸੀਂ ਆਪ ਦੇ ਵਚਨ 'ਚੋਂ ਕੁਝ ਨਵਾਂ ਸਿੱਖ ਸਕੀਏ। ਆਪ ਦਾ ਆਤਮਾ ਸਾਡੀ ਮਦਦ ਸਹਾਇਤਾ ਕਰੇ ਮਹਾਨ ਪਰਮੇਸ਼ਵਰ ਪਿਤਾ, ਤਾਂ ਕਿ ਅਸੀਂ ਪ੍ਰਭੂ ਜੀ ਮਹਾਨ ਪਰਮੇਸ਼ਵਰ ਬੜੀ ਆਤਮਾ ਸੱਚਾਈ ਨਾਲ ਆਪਦੇ ਚਰਨਾਂ 'ਚ ਬੈਠ ਕੇ ਆਪਦੀ ਬਾਣੀ ਨੂੰ ਸੁਣ ਸਕੀਏ। ਖੁਦਾਵੰਦ, ਇਸ ਸਮੇਂ ਵਾਸਤੇ ਵੀ ਪ੍ਰਾਰਥਨਾ ਜਦ ਪ੍ਰਭੂ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਪਿਆਰੇ ਪਰਮੇਸ਼ਵਰ ਕਿ ਆਉਣ ਵਾਲੇ ਦਿਨਾਂ 'ਚ ਸੰਗਤ ਅਸੀਂ ਸ਼ੁਰੂ ਕਰ ਸਕੀਏ। ਪ੍ਰਭੂ ਆਪ ਦਾ ਆਤਮਾ ਉਸ ਵਿੱਚ ਵੀ ਸਾਡੀ ਮਦਦ ਸਹਾਇਤਾ ਕਰੇ। ਆਪਦੇ ਠਹਿਰਾਏ ਹੋਏ ਸਮੇਂ 'ਤੇ ਅਸੀਂ ਫਿਰ ਤੋਂ ਪਹਿਲਾਂ ਵਾਂਗ ਇਕੱਠੇ ਹੋ ਕੇ ਪ੍ਰਭੂ ਮਹਾਨ ਪਰਮੇਸ਼ਵਰ ਸੰਗਤ ਕਰ ਸਕੀਏ, ਆਪਸ ਦੇ ਵਿੱਚ ਮਿਲ ਸਕੀਏ ਪ੍ਰਭੂ ਜੀ। ਔਰ ਸਭ ਤੋਂ ਵੱਧ ਕੇ ਪਿਆਰੇ ਪਰਮੇਸ਼ਵਰ, ਦਿਆਲੂ ਕਿਰਪਾਲੂ ਪਿਤਾ, ਆਪ ਦੇ ਚਰਨਾਂ ਨਾਲ ਇਸੇ ਤਰ੍ਹਾਂ ਜੁੜੇ ਰਹਿ ਸਕੀਏ। ਪਿਆਰੇ ਪ੍ਰਭੂ, ਆਪ ਦੀ ਬਾਣੀ ਦੇ ਅਨੁਸਾਰ ਪ੍ਰਭੂ ਆਪ ਸਾਡੇ ਤੋਂ ਦੂਰ ਨਹੀਂ ਜੇ ਪਿਆਰੇ ਪਰਮੇਸ਼ਵਰ। ਭਾਵੇਂ ਅਸੀਂ ਇਕੱਠੇ ਹੋ ਪਾ ਰਹੇ ਜਾਂ ਨਹੀਂ ਹੋ ਪਾ ਰਹੇ, ਆਪ ਸਾਡੇ 'ਚੋਂ ਸਾਰਿਆਂ ਦੇ ਨਾਲ ਜੇ ਪਿਆਰੇ ਪਰਮੇਸ਼ਵਰ। ਸਿਰਫ ਜ਼ਰੂਰਤ ਹੈ ਵਿਸ਼ਵਾਸ ਵਾਲਾ ਮਨ ਰੱਖਣ ਦੀ ਪਿਆਰੇ ਪਰਮੇਸ਼ਵਰ। ਔਰ ਪ੍ਰਭੂ ਜੀ ਮਹਾਨ ਪਰਮੇਸ਼ਵਰ, ਆਪ ਦੀ ਹਜ਼ੂਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਹਮੇਸ਼ਾ ਸਾਡੇ ਨਾਲ ਬਣੀ ਰਹੇ, ਸਾਰਿਆਂ ਦੇ ਨਾਲ ਬਣੀ ਰਹੇ ਪਿਆਰੇ ਪਰਮੇਸ਼ਵਰ। ਸਮਾਂ ਆਉਣ 'ਤੇ ਅਸੀਂ ਸੰਗਤ ਵੀ ਕਰ ਸਕੀਏ। ਅੱਜ ਦੇ ਦਿਨ ਵੀ ਸਾਡੀ ਮਦਦ ਸਹਾਇਤਾ ਕਰੋ ਪ੍ਰਭੂ। ਸਾਡੇ ਸਾਰਿਆਂ ਨਾਲ ਗੱਲਬਾਤ ਕਰੋ, ਮੇਰੇ ਭੈਣਾਂ ਭਾਈਆਂ ਦੇ ਨਾਲ ਗੱਲਬਾਤ ਕਰੋ ਔਰ ਦਾਸ ਦੀ ਵੀ ਮਦਦ ਸਹਾਇਤਾ ਕਰੋ। ਆਪ ਦੇ ਵਚਨ ਨੂੰ ਸੁਣ ਕੇ ਅਸੀਂ ਸਾਰੇ ਪ੍ਰਭੂ ਜੀ ਮਹਾਨ ਪਰਮੇਸ਼ਵਰ ਆਪ ਦੀ ਉਸ ਆਤਮਿਕ ਬਰਕਤ ਨੂੰ ਪਾ ਸਕੀਏ ਜੋ ਆਪ ਨੇ ਸਾਡੇ ਲਈ ਰੱਖੀ ਹੈ ਪ੍ਰਭੂ। ਮੇਰੇ ਭੈਣਾਂ ਭਾਈਆਂ ਨੂੰ, ਮੈਂ ਆਪਣੇ ਆਪ ਨੂੰ, ਅਸੀਂ ਸਭ ਆਪਣੇ ਆਪ ਨੂੰ ਆਪ ਦੇ ਅਧੀਨ ਕਰਦੇ ਹੋਏ ਪ੍ਰਾਰਥਨਾ ਬੇਨਤੀ ਪ੍ਰਭੂ ਯਿਸੂ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸੋ ਪਰਮੇਸ਼ਵਰ ਦਾ ਧੰਨਵਾਦ ਹੈ ਅੱਜ ਦੇ ਇਸ ਦਿਨ ਵਾਸਤੇ ਜੋ ਪਰਮੇਸ਼ਵਰ ਨੇ ਆਪਣੇ ਚਰਨਾਂ 'ਚ ਸਾਨੂੰ ਬਖਸ਼ਿਆ। ਔਰ ਜਿਵੇਂ ਕਿ ਅਸੀਂ ਲਗਾਤਾਰ ਪਰਮੇਸ਼ਵਰ ਦੇ ਵਚਨ 'ਚੋਂ ਵੇਖਦੇ ਆ ਰਹੇ ਹਾਂ, ਵੱਖ-ਵੱਖ ਵਿਸ਼ਿਆਂ 'ਤੇ ਅਸੀਂ ਵਿਚਾਰ ਕਰਦੇ ਹਾਂ। ਅੱਜ ਦੇ ਦਿਨ ਵੀ ਇੱਕ ਬੜਾ ਖਾਸ ਵਿਸ਼ਾ ਹੈ ਜਿਹੜਾ ਸਾਡੇ ਸਾਹਮਣੇ ਹੈ, ਜੋ ਪਰਮੇਸ਼ਵਰ ਦੇ ਵਚਨ 'ਚੋਂ ਜਿਹਦੇ 'ਤੇ ਅਸੀਂ ਵਿਚਾਰ ਕਰਾਂਗੇ। ਔਰ ਉਹ ਜਿਹੜਾ ਵਿਸ਼ਾ ਹੈ ਉਹ ਹੈ ਝੂਠੀ ਸਿੱਖਿਆ ਬਾਰੇ। ਅਸੀਂ ਵੇਖਦੇ ਹਾਂ ਅੱਜ ਦੇ ਸਮੇਂ 'ਚ ਤਰ੍ਹਾਂ ਦਾ ਪ੍ਰਚਾਰ, ਤਰ੍ਹਾਂ ਦੀਆਂ ਸਿੱਖਿਆਵਾਂ ਹੈ ਨਾ ਇੰਟਰਨੈਟ 'ਤੇ ਔਰ ਸਮਾਜ ਦੇ ਵਿੱਚ ਵੀ ਆਲੇ ਦੁਆਲੇ ਵੇਖਦੇ ਹਾਂ। ਐਸੇ ਸਮੇਂ 'ਤੇ ਉਹ ਸਭ ਕੁਝ ਬਹੁਤ ਜ਼ਿਆਦਾ ਜ਼ੋਰ ਸ਼ੋਰ ਨਾਲ ਚੱਲ ਰਿਹਾ। ਔਰ ਲੋਕ, ਜਿਸ ਤਰ੍ਹਾਂ ਬਾਈਬਲ ਕਹਿੰਦੀ ਹੈ ਕਿ ਐਸੇ ਝੂਠੇ ਨਬੀ ਅੰਤ ਦੇ ਸਮੇਂ ਉੱਠਣਗੇ ਕਿ ਚੰਗੇ ਭਲੇ ਲੋਕਾਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ, ਹੈ ਨਾ। ਅਸੀਂ ਵਚਨ 'ਤੇ ਅੱਗੇ ਵਿਚਾਰ ਕਰਾਂਗੇ, ਇਸ ਬਾਰੇ ਵੀ ਧਿਆਨ ਦੇਵਾਂਗੇ। ਪਰ ਜੋ ਬਾਈਬਲ ਕਹਿੰਦੀ ਹੈ ਉਹ
ਸਮਾਂ ਸਾਡੀਆਂ ਅੱਖਾਂ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਕਿ ਪੂਰਾ ਹੋ ਰਿਹਾ। ਔਰ ਚੰਗੇ ਭਲੇ ਲੋਕ ਵੀ, ਜਿਹੜੇ ਚੰਗੇ ਭਲੇ ਵਿਸ਼ਵਾਸੀ ਵੀ ਨੇ, ਉਹ ਵੀ ਸੱਚੀ ਸਿੱਖਿਆ ਤੋਂ ਫਿਰ ਕੇ ਉਹ ਇਸ ਝੂਠੀ ਸਿੱਖਿਆ ਦੇ ਮਗਰ ਲੱਗ ਤੁਰੇ ਨੇ। ਫਲਾਣੀ ਜਗ੍ਹਾ ਮੁਰਦਾ ਜਿੰਦਾ ਹੋ ਗਿਆ, ਫਲਾਣੀ ਜਗ੍ਹਾ ਆਹ ਚਮਤਕਾਰ ਹੋ ਗਿਆ, ਫਲਾਣੀ ਜਗ੍ਹਾ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ, ਇਹੋ ਕੁਝ ਅੱਜ ਕੱਲ੍ਹ ਪ੍ਰਚਾਰ ਹੈ। ਔਰ ਸਾਨੂੰ ਸਮਝਣਾ ਚਾਹੀਦਾ ਕਿ ਇਹਦੇ ਪਿੱਛੇ ਪਰਮੇਸ਼ਵਰ ਦੀ ਮਰਜ਼ੀ ਤਾਂ ਹੈ ਨਹੀਂ, ਹੈ ਨਾ। ਤਾਂ ਹੀ ਪਰਮੇਸ਼ਵਰ, ਜੇ ਪਰਮੇਸ਼ਵਰ ਵੱਲੋਂ ਨਹੀਂ ਹੈ ਇਹ ਸਭ ਕੁਝ, ਤਾਂ ਹੀ ਉਹਨੇ ਝੂਠੀ ਸਿੱਖਿਆ ਕਿਹਾ ਆਪਣੀ ਬਾਣੀ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ। ਔਰ ਜਿਸ ਤਰ੍ਹਾਂ ਮੈਂ ਇੱਕ ਦਿਨ ਗੱਲ ਕਰ ਰਿਹਾ ਸੀ, ਜਿਸ ਤਰ੍ਹਾਂ ਅਸੀਂ ਪਹਿਲਾਂ ਜਦੋਂ ਪ੍ਰਭੂ ਨੂੰ ਨਹੀਂ ਮੰਨਦੇ ਸੀ ਅਤੇ ਸਿਆਣਿਆਂ ਦੀ ਦੱਸ ਇੱਕ ਦੂਜੇ ਨੂੰ ਪਾਉਂਦੇ ਸੀ ਨਾ, ਦੱਸਦੇ ਸੀ ਵੀ ਇਹ ਫਲਾਣਾ ਸਿਆਣਾ ਬੜਾ ਵਧੀਆ ਅਤੇ ਫਲਾਣਾ ਸਿਆਣਾ ਬੜਾ ਵਧੀਆ, ਅਤੇ ਅਸੀਂ ਇਸ ਤਰ੍ਹਾਂ ਤੁਰ ਪੈਂਦੇ ਸੀ। ਹੁਣ ਅੱਜ ਦੇ ਸਮੇਂ 'ਚ ਕੀ ਹੋ ਗਿਆ ਕਿ ਜਿਹੜੇ ਵਿਸ਼ਵਾਸੀ ਨੇ, ਹੈ ਨਾ, ਸਿਰਫ ਸਾਡੀ ਕਲੀਸਿਆ ਦੀ ਗੱਲ ਨਹੀਂ ਆ, ਸਭ ਜਗ੍ਹਾ ਹੀ ਇਸ ਤਰ੍ਹਾਂ ਹੀ ਹੈ। ਜਿਹੜੇ ਵਿਸ਼ਵਾਸੀ ਨੇ, ਔਰ ਇੱਥੋਂ ਤੱਕ ਕਿ ਜਿਹੜੇ ਬਾਹਰਲੇ ਮੁਲਕਾਂ 'ਚ ਰਹਿਣ ਵਾਲੇ ਵਿਸ਼ਵਾਸੀ ਵੀ ਨੇ, ਇੰਗਲੈਂਡ ਔਰ ਇੱਧਰ ਉੱਧਰ, ਜਿਹੜੇ ਮੇਰੇ ਪਾਸਟਰ ਜਾਣਕਾਰ ਨੇ, ਜਦੋਂ ਉਹਨਾਂ ਨਾਲ ਗੱਲ ਹੁੰਦੀ ਉਹ ਦੱਸਦੇ ਨੇ ਕਿ ਪਾਸਟਰ ਜੀ ਸਾਰਾ ਇੱਥੇ ਸਾਡੇ ਵੀ ਇੱਧਰ ਇਹੀ ਹਾਲ ਹੈ। ਸੋ ਸਿਰਫ ਸਾਡੇ ਇੱਥੋਂ ਦੀ ਗੱਲ ਨਹੀਂ ਹੈ, ਹਰ ਜਗ੍ਹਾ ਇਹੀ ਹਾਲ ਹੈ। ਔਰ ਇਹ ਇਸ ਕਰਕੇ ਕਿਉਂਕਿ ਬਾਈਬਲ ਦੱਸਦੀ ਹੈ ਕਿ ਅੰਤ ਦੇ ਸਮੇਂ 'ਚ ਐਸਾ ਹੋ ਜਾਏਗਾ, ਕਿਉਂਕਿ ਲੋਕ ਧਰਮ ਨੂੰ ਕਮਾਈ ਦਾ ਸਾਧਨ ਬਣਾ ਲੈਣਗੇ, ਖੱਟੀ ਦਾ ਸਾਧਨ ਬਣਾ ਲੈਣਗੇ, ਔਰ ਭੋਲੇ ਭਾਲੇ ਲੋਕਾਂ ਨੂੰ ਆਪਣੀ ਕਮਾਈ ਲਈ ਇਸਤੇਮਾਲ ਕਰਨਗੇ, ਜੋ ਕਿ ਅੱਜ ਬਿਲਕੁਲ ਸਹੀ ਸੱਚ ਹੋ ਰਹੀਆਂ ਗੱਲਾਂ। ਔਰ ਅਸੀਂ ਵੇਖਦੇ ਹਾਂ ਕਿ ਚੰਗੇ ਭਲੇ ਵਿਸ਼ਵਾਸੀ ਵੀ, ਜਿਹੜੇ ਪ੍ਰਭੂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹੈ, ਉਹ ਵੀ ਸੱਚੇ ਵਿਸ਼ਵਾਸ ਨੂੰ ਛੱਡ ਕੇ ਇਹਨਾਂ ਲੋਕਾਂ ਦੇ ਮਗਰ ਹੋ ਤੁਰੇ ਆ। ਅਸੀਂ ਸੰਗਤ ਛੱਡ ਕੇ ਕਿਸੇ ਦੂਸਰੀ ਸੰਗਤ ਦੇ ਵਿੱਚ ਚਲੇ ਜਾਈਏ ਸੰਗਤ ਕਰਨ ਲਈ, ਔਰ ਸਾਨੂੰ ਇਸ ਤਰ੍ਹਾਂ ਇਸ ਕਰਕੇ ਅਸੀਂ ਜਾਈਏ ਕਿ ਸਾਨੂੰ ਉਸ ਜਗ੍ਹਾ 'ਤੇ ਸੰਗਤ ਬਿਹਤਰ ਲੱਗਦੀ ਹੈ ਨਾ, ਵਚਨ ਜ਼ਿਆਦਾ ਆਤਮਾ ਵਾਲਾ ਸੁਣਾਇਆ ਜਾਂਦਾ ਜਾਂ ਆਤਮਾ ਨਾਲ ਭਰ ਕੇ ਸੁਣਾਇਆ ਜਾਂਦਾ ਹੈ, ਔਰ ਉਹਨਾਂ ਦੀ ਸਿੱਖਿਆ ਬਾਈਬਲ ਦੇ ਅਨੁਸਾਰ ਸਹੀ ਆ। ਇੱਥੇ ਜਿਹੜੀ ਇਹ ਸੰਗਤ ਹੈ, ਇਹਦੇ ਵਿੱਚ ਹੈ ਨਾ ਵਚਨ ਸਹੀ ਨਹੀਂ ਆ, ਸੰਗਤੀ ਸਹੀ ਨਹੀਂ ਹੈ। ਜੇ ਇਸ ਵਜ੍ਹਾ ਕਰਕੇ ਅਸੀਂ ਛੱਡ ਕੇ ਜਾਂਦੇ ਹਾਂ ਸੰਗਤ ਕਰਨ ਵਾਸਤੇ, ਚੰਗੀ ਸੰਗਤ ਵਾਸਤੇ, ਤੇ ਫਿਰ ਮੈਂ ਸਮਝਦਾ ਕਿ ਸ਼ਾਇਦ ਉਹਨੇ ਅਸੀਂ ਦੋਸ਼ੀ ਨਹੀਂ ਹੈ। ਪਰ ਜੇ ਅਸੀਂ ਇਸ ਕਰਕੇ ਛੱਡ ਕੇ ਜਾਂਦੇ ਹਾਂ ਕਿ ਕਿਸੇ ਤੋਂ ਨਾਰਾਜ਼ ਹੋ ਗਏ, ਹੈ ਨਾ, ਅਸੀਂ ਜਾਂ ਕਿਤੇ ਸਾਨੂੰ ਚਮਤਕਾਰਾਂ ਦੀ ਦੱਸ ਪੈ ਗਈ ਕਿ ਫਲਾਣੀ ਜਗ੍ਹਾ ਚਮਤਕਾਰ ਜ਼ਿਆਦਾ ਨੇ, ਕਿਤੇ ਸਾਨੂੰ ਇਸ ਤਰ੍ਹਾਂ ਹੀ ਦੱਸ ਪੈ ਗਈ ਕਿ ਫਲਾਣੀ ਜਗ੍ਹਾ ਅਗੰਮ ਵਾਕ ਕੀਤੇ ਜਾਂਦੇ ਨੇ, ਸਾਨੂੰ ਭਵਿੱਖਬਾਣੀ ਕਰਕੇ ਦੱਸ ਦਿੰਦੇ ਨੇ, ਹੈ ਨਾ, ਫਲਾਣਾ ਪਾਸਟਰ ਭਵਿੱਖਬਾਣੀ ਕਰਦਾ ਹੈ, ਫਲਾਣਾ ਪਾਸਟਰ ਹੈ ਨਾ ਦੱਸ ਦਿੰਦਾ ਹੈ ਕਿ ਤੁਹਾਡੇ ਘਰ ਬੇਟਾ ਹੋਣਾ ਕਿ ਬੇਟੀ ਹੋਣੀ ਹੈ, ਕਿ ਜਾਂ ਹੈ ਨਾ, ਜਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਤੁਸੀਂ ਅਮੀਰ ਬਣੋਗੇ ਕਿ ਨਹੀਂ ਬਣੋਗੇ, ਤੁਹਾਨੂੰ ਕਿੰਨਾ ਪੈਸਾ ਮਿਲੇਗਾ, ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਸੰਬੰਧ ਸਰੀਰ ਦੇ ਨਾਲ ਹੈ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚ ਕੇ ਜਾਂਦੇ ਹਾਂ ਤਾਂ ਫਿਰ ਗੜਬੜੀ ਹੈ, ਔਰ ਫਿਰ ਬਾਈਬਲ ਦੇ ਅਨੁਸਾਰ ਅਸੀਂ ਗਲਤ ਸਿੱਖਿਆ ਦੇ ਪਿੱਛੇ, ਝੂਠੀ ਸਿੱਖਿਆ ਦੇ ਪਿੱਛੇ ਅਸੀਂ ਤੁਰਦੇ ਹਾਂ। ਪਰ ਜੇ ਤੁਸੀਂ ਬਿਹਤਰ ਸੰਗਤੀ ਦੀ ਤਲਾਸ਼ 'ਚ ਜਾਂਦੇ ਜੇ ਵੀ ਹਾਂ ਸੰਗਤੀ ਬਿਹਤਰ ਹੈ, ਫਿਰ ਵੱਖਰੀ ਗੱਲ ਹੈ, ਫਿਰ ਅਸੀਂ ਉਸ ਵਜ੍ਹਾ ਨੂੰ ਵੀ ਸਮਝ ਸਕਦੇ ਹਾਂ। ਪਰ ਸਿਰਫ ਫਾਇਦਾ ਸੋਚ ਕੇ, ਸਰੀਰਕ ਫਾਇਦਾ ਸੋਚ ਕੇ ਜੇ ਅਸੀਂ ਭਟਕਦੇ ਰਹਿੰਦੇ ਹਾਂ, ਅਤੇ ਫਿਰ ਜਿਸ ਤਰ੍ਹਾਂ ਅਸੀਂ ਪਹਿਲਾਂ ਸਿਆਣਿਆਂ ਦੀ ਦੱਸ ਪੈਂਦੀ ਸੀ ਅਤੇ ਉੱਧਰ ਤੁਰ ਪੈਂਦੇ ਸੀ, ਹੁਣ ਅਸੀਂ ਇਸ ਤਰ੍ਹਾਂ ਦੀ ਦੱਸ ਸੁਣ ਕੇ ਅਤੇ ਅਸੀਂ ਉੱਧਰ ਤੁਰ ਪੈਂਦੇ ਹਾਂ। ਪਰਮੇਸ਼ਵਰ ਮਾਫ਼ ਕਰੇ, ਨਾ ਮੈਂ ਕਿਸੇ ਮੇਰੇ ਭੈਣ ਭਾਈ ਦੇ ਸੰਬੰਧ 'ਚ ਇਸ ਗੱਲ ਨੂੰ ਸੋਚ ਕੇ ਬੋਲ ਰਿਹਾ, ਨਾ ਮੈਂ ਕਿਸੇ ਸੇਵਕ ਦੇ ਸੰਬੰਧ 'ਚ ਇਸ ਗੱਲ ਨੂੰ ਸੋਚ ਕੇ ਬੋਲ ਰਿਹਾ, ਪਰਮੇਸ਼ਵਰ ਜਾਣਦਾ। ਪਰ ਜੋ ਅੱਜ ਦੇ ਹਾਲਾਤ ਨੇ, ਹੈ ਨਾ, ਉਹਨਾਂ 'ਤੇ ਸਾਨੂੰ ਵਿਚਾਰ ਕਰਨਾ ਜ਼ਰੂਰੀ ਹੈ, ਔਰ ਆਪਣੀ ਜ਼ਿੰਦਗੀ 'ਤੇ ਵਿਚਾਰ ਕਰਨਾ ਵੀ ਜ਼ਰੂਰੀ ਹੈ। ਜਦੋਂ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਦੇ ਹਾਂ, ਪਹਿਲਾ ਤਿਮੋਥੀਅਸ 4 ਅਧਿਆਏ ਔਰ ਉਸ ਦੀ 1 ਤੋਂ ਲੈ ਕੇ 5 ਆਇਤ ਅਸੀਂ ਪੜ੍ਹਾਂਗੇ, ਔਰ ਬੜੇ ਧਿਆਨ ਨਾਲ ਇਹਨੂੰ ਪੜ੍ਹਨਾ ਵੀ ਹੈ ਔਰ ਸੁਣਨਾ ਵੀ ਹੈ, ਔਰ ਇਸ ਗੱਲ ਨੂੰ ਦਿਮਾਗ 'ਚ ਬਿਠਾ ਲਈਏ ਕਿ ਇਹ ਜਿਹੜਾ ਵਚਨ ਜੋ ਬਾਈਬਲ ਦੇ ਵਿੱਚ ਲਿਖਿਆ ਹੈ, ਉਹਨੂੰ ਲਿਖਣ ਵਾਲਾ ਮੈਂ ਨਹੀਂ ਹਾਂ, ਤੁਸੀਂ ਨਹੀਂ ਜੇ, ਕੋਈ ਇਨਸਾਨ ਨਹੀਂ ਹੈ। ਲਿਖਿਆ ਹੱਥ ਬਿਨਾਂ ਸ਼ੱਕ ਇਨਸਾਨ ਦੇ ਇਸਤੇਮਾਲ ਹੋਏ ਨੇ, ਪਰ ਇਹਨੂੰ ਲਿਖਣ ਵਾਲਾ, ਲਿਖਵਾਉਣ ਵਾਲਾ ਪਰਮੇਸ਼ਵਰ ਆਪ ਹੈ, ਉਸ ਦਾ ਆਤਮਾ। ਉਸਨੇ ਆਪਣੇ ਦਾਸਾਂ ਨੂੰ ਕਿਹਾ ਕਿਸ ਤਰ੍ਹਾਂ ਲਿਖੋ, ਅਤੇ ਉਹਨਾਂ ਨੇ ਲਿਖਿਆ। ਸੋ ਇਸ ਕਰਕੇ ਜੋ ਵੀ ਗੱਲ ਅਸੀਂ ਬਾਈਬਲ 'ਚੋਂ ਪੜ੍ਹਦੇ ਹਾਂ, ਹੈ ਨਾ, ਉਹ ਪਰਮੇਸ਼ਵਰ ਵੱਲੋਂ ਹੈ, ਪਰਮੇਸ਼ਵਰ ਦੇ ਆਤਮਾ ਵੱਲੋਂ ਹੈ। ਜੇ ਸਾਨੂੰ ਪ੍ਰਚਾਰ ਦੀ ਕੋਈ ਗੱਲ ਬੁਰੀ ਲੱਗਦੀ ਹੈ, ਇੱਕ ਗੱਲ ਸਿੱਧੀ ਜੀ ਹੈ, ਜੇ ਸਾਨੂੰ ਪ੍ਰਚਾਰ ਵਿੱਚੋਂ ਕੋਈ ਗੱਲ ਬੁਰੀ ਲੱਗਦੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਪ੍ਰਚਾਰਕ ਦੀ ਗੱਲ ਬੁਰੀ ਲੱਗੀ ਜਾਂ ਪ੍ਰਚਾਰ ਦੀ ਗੱਲ ਬੁਰੀ ਲੱਗੀ। ਇਹਦਾ ਮਤਲਬ ਇਹ ਹੈ ਕਿ ਸਾਨੂੰ ਪਰਮੇਸ਼ਵਰ ਦੀ ਗੱਲ ਬੁਰੀ ਲੱਗੀ, ਕਿਉਂਕਿ ਪ੍ਰਚਾਰਕ ਨੇ ਤਾਂ ਪਰਮੇਸ਼ਵਰ ਦੇ ਵਚਨ 'ਚੋਂ ਹੀ ਤੁਹਾਨੂੰ ਪੜ੍ਹ ਕੇ ਦੱਸਿਆ। ਸੋ ਇਸ ਕਰਕੇ ਜੇ ਬੁਰਾ ਮਨਾਉਂਦੇ ਜੇ, ਜਾਂ ਤੁਹਾਨੂੰ ਕੋਈ ਗੱਲ ਬੁਰੀ ਲੱਗਦੀ ਹੈ,
ਉਹਨੂੰ ਉਹਦੇ 'ਤੇ ਸੋਚਣਾ ਵਿਚਾਰ ਕਰਨਾ ਕਿ ਹੈ ਕਿਹਦੇ ਵੱਲੋਂ ਹੈ ਨਾ। ਜੇ ਤਾਂ ਬਾਣੀ ਨਹੀਂ ਕਹਿੰਦੀ ਤਾਂ ਫਿਰ ਪ੍ਰਚਾਰਕ ਦੋਸ਼ੀ ਹੈ, ਪਰ ਜੇ ਬਾਣੀ ਕਹਿੰਦੀ ਹੈ ਤਾਂ ਫਿਰ ਤੁਹਾਡੀ ਨਜ਼ਰ 'ਚ ਪ੍ਰਚਾਰਕ ਵੀ ਦੋਸ਼ੀ ਹੈ ਅਤੇ ਪਰਮੇਸ਼ਵਰ ਵੀ ਦੋਸ਼ੀ ਹੈ, ਜੇ ਤੁਹਾਨੂੰ ਉਹ ਬੁਰਾ ਲੱਗਦਾ ਹੈ। ਸੋ ਇਸ ਕਰਕੇ ਆਪਣੀ ਜ਼ਿੰਦਗੀ 'ਤੇ ਅਸੀਂ ਇਸ ਗੱਲ ਦਾ ਵਿਚਾਰ ਕਰਨਾ ਹੈ ਕਿ ਪਰਮੇਸ਼ਵਰ ਦੀ ਬਾਣੀ ਕੀ ਕਹਿੰਦੀ ਹੈ ਨਾ, ਉਹਨੂੰ ਪੜ੍ਹਨਾ ਹੈ ਔਰ ਉਹਦੇ 'ਤੇ ਵਿਚਾਰ ਕਰਨਾ ਔਰ ਫਿਰ ਉਹਦੇ ਨਾਲ ਆਪਣੀ ਜ਼ਿੰਦਗੀ ਨੂੰ ਮਿਲਾ ਕੇ ਵੇਖਣਾ ਹੈ। ਸੋ ਇਸ ਜਗ੍ਹਾ 'ਤੇ ਕੀ ਲਿਖਿਆ, ਪਹਿਲਾ ਤਿਮੋਥੀਅਸ 4 ਅਧਿਆਏ ਉਹਦੀ 1 ਤੋਂ ਲੈ ਕੇ 5 ਆਇਤ। ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ। ਔਰ ਫਿਰ ਅੱਗੇ ਲਿਖਿਆ, ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ, ਜਿਨ੍ਹਾਂ ਦਾ ਆਪਣਾ ਹੀ ਅੰਤःਕਰਣ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ, ਜਿਹੜੇ ਵਿਆਹ ਕਰਨ ਤੋਂ ਵਰਜਦੇ ਹਨ ਅਤੇ ਉਹਨਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ਰ ਨੇ ਉਤਪਤ ਕੀਤੇ, ਭਈ ਨੇਚਾ ਕਰਨ ਵਾਲੇ ਅਤੇ ਸੱਚਾਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ, ਕਿਉਂ ਜੋ ਪਰਮੇਸ਼ਵਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਯੋਗ ਨਹੀਂ ਹੈ, ਜੇ ਕਦੇ ਉਹ ਧੰਨਵਾਦ ਨਾਲ ਲਈ ਜਾਵੇ। ਇਸ ਲਈ ਜੋ ਉਹ ਪਰਮੇਸ਼ਵਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ। ਸੋ ਪਰਮੇਸ਼ਵਰ ਆਪਣੇ ਵਚਨ ਦੇ ਪੜ੍ਹੇ ਜਾਣ 'ਤੇ ਬਰਕਤ ਦੇਵੇ। ਕੁਝ ਗੱਲਾਂ ਜਿਹੜੀਆਂ ਪਰਮੇਸ਼ਵਰ ਦੇ ਵਚਨ 'ਚੋਂ ਅਸੀਂ ਇਸ ਜਗ੍ਹਾ 'ਤੇ ਵਿਚਾਰ ਕਰਾਂਗੇ। ਜਿਵੇਂ ਮੈਂ ਗੱਲ ਕਰ ਰਿਹਾ ਸੀ, ਜੇ ਤੁਸੀਂ ਆਪਣੀ ਬਾਈਬਲ ਦੇ ਵਿੱਚ ਵੇਖੋ ਤਾਂ 4 ਅਧਿਆਏ ਦਾ ਜਿਹੜਾ ਉੱਤੇ ਸਿਰਲੇਖ ਦਿੱਤਾ ਗਿਆ ਹੈ, ਉਹ ਦੱਸਿਆ ਗਿਆ ਝੂਠੀ ਸਿੱਖਿਆ ਅਤੇ ਵਫਾਦਾਰ ਸੇਵਕ, ਦੋ ਗੱਲਾਂ ਦੇ ਵਿੱਚ ਫ਼ਰਕ ਦੱਸਿਆ ਗਿਆ। ਝੂਠੀ ਸਿੱਖਿਆ ਕੀ ਹੈ ਅਤੇ ਸੱਚੀ ਸਿੱਖਿਆ ਦੇਣ ਵਾਲਾ ਵਫਾਦਾਰ ਸੇਵਕ ਕਿਹੋ ਜਿਹਾ ਹੁੰਦਾ, ਇਹ ਗੱਲਾਂ ਦੱਸੀਆਂ ਗਈਆਂ। ਪਰ ਅਸੀਂ ਖੈਰ ਪਹਿਲੀਆਂ 5 ਆਇਤਾਂ 'ਤੇ ਵਿਚਾਰ ਕਰਾਂਗੇ। ਤੁਸੀਂ ਆਪ ਸਾਰਾ ਅਧਿਆਇ ਪੜ੍ਹ ਸਕਦੇ ਜੇ, ਤੁਹਾਨੂੰ ਉਹਦੇ ਬਾਰੇ ਵੀ ਅੱਗੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਪਰ ਅਸੀਂ ਪਹਿਲੀ ਜਿਹੜੀ ਗੱਲ ਹੈ ਉਹਦੇ 'ਤੇ ਗੌਰ ਕਰਾਂਗੇ। ਪਹਿਲੀ ਆਇਤ ਦੇ ਵਿੱਚ ਲਿਖਿਆ, ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ, ਵਿਸ਼ਵਾਸ ਤੋਂ, ਆਪਣੀ ਪ੍ਰਤੀਤ ਤੋਂ ਫਿਰ ਜਾਣਗੇ। ਸੋ ਕਹਿੰਦਾ ਕੌਣ ਹੈ? ਮੈਂ ਨਹੀਂ ਕਹਿ ਰਿਹਾ, ਤੁਹਾਨੂੰ ਜੇ ਬੁਰਾ ਲੱਗਦਾ ਤਾਂ ਤੁਹਾਨੂੰ ਬਿਨਾਂ ਸ਼ੱਕ ਬੁਰਾ ਲੱਗੇ, ਪਰ ਇੱਥੇ ਪਹਿਲੀ ਆਇਤ ਨੂੰ ਜੇ ਪਹਿਲੀ ਲਾਈਨ ਨੂੰ ਹੀ ਪੜ੍ਹੋ ਤਾਂ ਕਹਿਣ ਵਾਲਾ ਕੌਣ ਹੈ ਨਾ। ਪਰ ਆਤਮਾ ਸਾਫ਼ ਆਖਦਾ ਹੈ। ਆਤਮਾ ਕਹਿੰਦਾ ਇਸ ਗੱਲ ਕਿ ਤੁਹਾਨੂੰ ਕੀ ਆਪਣੀ ਜ਼ਿੰਦਗੀ 'ਤੇ ਝਾਤੀ ਮਾਰਨ ਦੀ ਲੋੜ ਹੈ, ਸੋਚਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਹੈ ਕਿ ਹੈ ਕੀ, ਇਹ ਹੋ ਕੀ ਰਿਹਾ ਹੈ। ਜਿਹੜੇ ਜਗ੍ਹਾ ਜਗ੍ਹਾ ਲੋਕ ਭਟਕ ਜਾਂਦੇ ਨੇ, ਉਹ ਚੱਲ ਕੀ ਰਿਹਾ ਸਮਾਜ ਦੇ ਵਿੱਚ, ਮਸੀਹੀਆਂ ਦੇ ਵਿੱਚ ਕੀ ਚੱਲ ਰਿਹਾ। ਮੈਂ ਵਿਚਾਰ ਕਰ ਰਿਹਾ ਸੀ ਕੱਲ੍ਹ ਵੀ, ਪਰਸੋਂ ਆਪਣੇ ਜਿਹੜੇ ਸਾਡੇ ਜਲੰਧਰ ਦੇ ਭੈਣ ਭਾਈ ਨੇ ਉਹਨਾਂ ਨਾਲ ਜਦੋਂ ਮੇਰੀ ਗੱਲਬਾਤ ਹੁੰਦੀ ਉਹਦੇ 'ਤੇ ਵਿਚਾਰ ਕਰ ਰਹੇ ਸੀ, ਕਿਉਂ ਸਾਡੇ ਜਿਹੜੇ ਸਿੱਖ ਵੀਰ ਨੇ, ਜਿਹੜੇ ਸਾਡੇ ਸਿੱਖ ਭਰਾ ਨੇ, ਹੈ ਨਾ, ਕਿੰਨਾ ਸਦੀਆਂ ਹੀ ਇਸ ਚੀਜ਼ ਨੂੰ ਹੋ ਗਈਆਂ ਕਿ ਕਦੀ ਧਰਮ ਨੂੰ ਲੈ ਕੇ ਕਦੀ ਉਹਨਾਂ ਦੇ ਨਾਲ ਕਿਸੇ ਦਾ ਵੀ ਤਕਰਾਰ ਨਹੀਂ ਹੋਇਆ, ਕਿਉਂਕਿ ਅਸੀਂ ਵੀ ਹੈ ਨਾ ਇੱਥੇ ਵਿਚਰੇ ਹਾਂ ਔਰ ਸਿੱਖ ਵਿਸ਼ਵਾਸ ਦੇ ਉੱਤੇ, ਸਿੱਖ ਧਰਮ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਸੀ ਔਰ ਉਹਦੇ ਜਦੋਂ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਚੱਲਦੇ ਸੀ, ਕਦੀ ਵੀ ਸਾਡਾ ਵਿਸ਼ਵਾਸ ਜਿਹੜਾ ਸੀ ਇੱਕ ਜਗ੍ਹਾ ਟਿਕ ਕੇ ਨਹੀਂ ਰਿਹਾ। ਅਸੀਂ ਹੋਰ ਵੀ ਸਿਆਣਿਆਂ ਦੇ ਇੱਧਰ ਉੱਧਰ ਤੁਰੇ ਫਿਰਦੇ ਰਹੇ ਸੀ, ਪਰ ਔਰ ਦੂਸਰੇ ਧਰਮਾਂ ਦੇ ਵਿੱਚ ਵੀ ਜਾਂਦੇ ਰਹੇ, ਪਰ ਕਦੀ ਵੀ ਜਿਸ ਤਰ੍ਹਾਂ ਦੀ ਸਹਿਣਸ਼ੀਲਤਾ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਸਾਡੇ ਸਿੱਖ ਭੈਣਾਂ ਭਾਈਆਂ ਦੇ ਵਿੱਚ ਸ਼ੁਰੂ ਤੋਂ ਵੇਖੀ ਗਈ ਹੈ ਨਾ, ਉਹ ਹੁਣ ਖਤਮ ਹੁੰਦੀ ਜਾ ਰਹੀ ਹੈ। ਹੁਣ ਤਕਰਾਰ ਤੁਸੀਂ ਵੇਖੋ ਕਿ ਮਸੀਹਾਂ ਦੇ ਨਾਲ ਔਰ ਸਿੱਖ ਵੀਰਾਂ ਦੇ ਨਾਲ ਜਿਹੜਾ ਤਕਰਾਰ ਹੈ ਆਪਸ ਦੇ ਵਿੱਚ, ਉਹ ਵੱਧਦਾ ਜਾ ਰਿਹਾ। ਔਰ ਜਦੋਂ ਅਸੀਂ ਗੱਲ ਕਰ ਰਹੇ ਸੀ ਮੇਰੇ ਜਲੰਧਰ ਵਾਲੇ ਭੈਣਾਂ ਭਾਈਆਂ ਨਾਲ, ਅਸੀਂ ਵਿਚਾਰ ਕਰ ਰਹੇ ਸੀ ਕਿ ਵਜ੍ਹਾ ਕੀ ਹੈ, ਹੁਣ ਕਿਉਂ ਇੰਨਾ ਜ਼ਿਆਦਾ ਹੋ ਗਿਆ। ਦੋ ਵਜ੍ਹਾ ਨੇ। ਇੱਕ ਤਾਂ ਪਰਮੇਸ਼ਵਰ ਦੀ ਬਾਣੀ ਜਿਹੜੀ ਹੈ ਉਹ ਇਸ ਗੱਲ ਨੂੰ ਕਹਿੰਦੀ ਹੈ ਕਿ ਅੱਜ ਦੇ ਸਮੇਂ 'ਚ ਇਸ ਤਰ੍ਹਾਂ ਹੋਏਗਾ ਕਿ ਤੁਹਾਡਾ ਵਿਰੋਧ ਹੋਏਗਾ, ਤੁਹਾਨੂੰ ਮਾਰਿਆ ਕੁੱਟਿਆ ਜਾਏਗਾ, ਤੁਹਾਨੂੰ ਅਦਾਲਤਾਂ 'ਚ ਘਸੀਟਿਆ ਜਾਏਗਾ, ਕਈ ਕੁਝ ਹੋਏਗਾ। ਉਹ ਗੱਲ ਹੈ, ਉਹ ਜਿਹੜੀ ਸੱਚੀ ਗੱਲ ਜਿਹੜੀ ਪਰਮੇਸ਼ਵਰ ਨੇ ਆਪ ਕਹੀ। ਪਰ ਉਸ ਤੋਂ ਵੀ ਵੱਧ ਕੇ ਜੇ ਸਮਾਜਿਕ ਤੌਰ 'ਤੇ ਵੇਖੀਏ ਤਾਂ ਇਹਦੇ ਵਧਣ ਦੀ ਵਜ੍ਹਾ ਕੀ ਹੈ? ਕਿਉਂਕਿ ਸਾਡਾ ਆਪਣਾ ਹੀ ਪਖੰਡ, ਮਸੀਹਾਂ ਦਾ ਹੀ ਪਖੰਡ ਇੰਨਾ ਜ਼ਿਆਦਾ ਵੱਧ ਗਿਆ, ਜਿਹਦੇ ਕਰਕੇ ਅਸਹਿਣਸ਼ੀਲਤਾ, ਦੂਸਰੇ ਲੋਕ ਸਹਿਣ ਨਹੀਂ ਕਰਦੇ। ਸਾਡੇ ਸਿੱਖ ਭਰਾ ਕਈ ਜਿਹੜੇ ਗਰਮ ਖਿਆਲੀ ਨੇ, ਉਹ ਸਹਿਣ ਨਹੀਂ ਕਰਦੇ ਇਸ ਗੱਲ ਨੂੰ, ਔਰ ਉਹ ਸੱਚੇ, ਮੈਂ ਉਹਨਾਂ ਨੂੰ ਝੂਠੇ ਨਹੀਂ ਕਹਿੰਦਾ। ਜਦੋਂ ਉਹ ਵਿਰੋਧ ਕਰਦੇ ਨੇ, ਜਦੋਂ ਜਾ ਕੇ ਕਿਤੇ ਇਸ ਤਰ੍ਹਾਂ ਹੁਣ ਉਹ ਜਿਸ ਤਰ੍ਹਾਂ ਗੱਲਾਂ ਉੱਠਦੀਆਂ ਨੇ ਵੀ ਇਹ ਮੁਰਦਿਆਂ ਨੂੰ ਜਿੰਦੇ ਕਰਕੇ ਔਰ ਇਹਨਾਂ ਨੂੰ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਪਿੱਛੇ ਲਾਉਂਦੇ ਨੇ, ਉਹ ਸੱਚ ਹੋ ਗਈ ਹੈ ਗੱਲ। ਜਗ੍ਹਾ ਜਗ੍ਹਾ ਇਸ ਤਰ੍ਹਾਂ ਤੁਰ ਪਿਆ। ਪਿੰਡਾਂ 'ਚ ਵੇਖੋ, ਇੱਕ ਇੱਕ ਜਗ੍ਹਾ 2-2 3-3
ਜਿਹੜੇ ਪਾਸਟਰ ਨੇ, ਜਿਹੜੇ ਅਖੌਤੀ ਪਾਸਟਰ ਨੇ ਆਪਣੇ ਆਪ ਨੂੰ ਕਹਿੰਦੇ ਨੇ, ਉਹ ਆ ਕੇ ਇਕੱਠੇ ਹੋ ਕੇ 2-2 3-3 ਪਰਿਵਾਰਾਂ ਨੂੰ ਮਗਰ ਲਾ ਕੇ ਤੇ ਉਹਨਾਂ ਦੇ ਨਾਲ ਉਹਨਾਂ ਨੇ ਕੀ ਹੈ ਆਪਣਾ ਕਮਾਈ ਦਾ ਸਾਧਨ ਬਣਾ ਲਿਆ। ਉਹਦੇ ਨਾਲ ਉਹਨਾਂ ਦੀ ਰੋਜੀ ਰੋਟੀ ਚੱਲੀ ਜਾਂਦੀ। ਔਰ ਆ ਕੇ ਉਹਨਾਂ ਦੀ ਕੋਸ਼ਿਸ਼ ਕੀ ਹੁੰਦੀ ਹੈ ਕਿ ਨਵਿਆਂ ਨੂੰ ਤੇ ਕਿਸੇ ਨਾ ਕਿਸੇ ਲਾਲਚ ਨਾਲ ਦੂਜੇ ਧਰਮਾਂ 'ਚੋਂ ਖਿੱਚੀਏ ਹੀ ਖਿੱਚੀਏ। ਉਹਦੇ ਨਾਲ ਨਾਲ ਉਹਨਾਂ ਦੇ ਦੂਜੇ ਪਾਸੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਇਸ ਜਗ੍ਹਾ 'ਤੇ ਚੰਗੇ ਭਲੇ ਪਹਿਲਾਂ ਦਿਲੋਂ ਮੰਨਣ ਵਾਲੇ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਲੋਕ ਨੇ, ਉਹਨਾਂ ਨੂੰ ਵੀ ਅਸੀਂ ਉੱਧਰੋਂ ਖੇਡ ਕੇ ਤੇ ਆਪਣੇ ਨਾਲ ਜੋੜੀਏ ਕਿਸੇ ਵੀ ਤਰੀਕੇ ਨਾਲ, ਤਾਂ ਕਿ ਕੀ ਹੋਵੇ, ਉਹਨਾਂ ਦੀ ਕਮਾਈ ਵਧੇ। ਜਿੰਨੇ ਜ਼ਿਆਦਾ ਲੋਕ ਆਉਣਗੇ ਉਨੇ ਉਹਨਾਂ ਦੀ ਕਮਾਈ ਵਧੇਗੀ। ਸੋ ਜਦੋਂ ਇਸ ਤਰ੍ਹਾਂ ਦਾ ਲੋਕਾਂ ਦਾ ਦਿਮਾਗ ਹੋ ਗਿਆ, ਲੋਕਾਂ ਨੇ ਇਹਨੂੰ ਕਮਾਈ ਦਾ ਸਾਧਨ ਬਣਾ ਲਿਆ, ਤੇ ਵਿਰੋਧ ਹੋਣਾ ਸਪਸ਼ਟ ਹੈ, ਉਹ ਤੇ ਜ਼ਾਹਰ ਹੀ ਹੈ ਕਿ ਵਿਰੋਧ ਹੋਣਾ ਹੀ ਹੋਣਾ, ਕਿਉਂਕਿ ਤੁਹਾਡਾ ਮਕਸਦ ਗਲਤ ਹੋ ਗਿਆ। ਧਰਮ ਦਾ ਪ੍ਰਚਾਰ ਕਰਨ ਤੋਂ ਕੋਈ ਮਨਾ ਨਹੀਂ ਕਰਦਾ। ਸਾਡੇ ਸਿੱਖ ਭੈਣ ਭਰਾ ਸੱਚੀ ਦਿਲੋਂ ਪਰਮੇਸ਼ਵਰ ਦਾ ਧੰਨਵਾਦ ਹੈ ਉਹਨਾਂ ਦੇ ਲਈ ਕਿ ਉਹ ਇੰਨੀ ਸ਼ਰਧਾ ਦੇ ਨਾਲ ਅਜੇ ਵੀ ਜਦੋਂ ਕਿਤੇ ਚਰਚ ਦੇ ਸਾਹਮਣੇ ਵੀ ਲੰਘਣ ਜਾਂ ਚਰਚ ਵੀ ਕਿਤੇ ਕਿਸੇ ਨੂੰ ਆਉਣਾ ਪਵੇ ਤੇ ਬੜੀ ਸ਼ਰਧਾ ਦੇ ਨਾਲ ਸਾਨੂੰ ਦਿਖਾਈ ਦਿੰਦਾ ਕਿ ਉਹ ਕਿੰਨੇ ਰੱਬ ਦੇ ਡਰ ਦੇ ਵਿੱਚ ਉਸ ਜਗ੍ਹਾ ਨੂੰ ਰੱਬ ਦਾ ਘਰ ਮੰਨ ਕੇ, ਜਿਸ ਤਰ੍ਹਾਂ ਉਹ ਆਪਣੇ ਗੁਰਦੁਆਰੇ ਨੂੰ ਰੱਬ ਦਾ ਘਰ ਮੰਨਦੇ ਨੇ, ਉਸੇ ਤਰ੍ਹਾਂ ਮੰਨ ਕੇ ਉਹ ਆਉਂਦੇ ਨੇ। ਸ਼ਰਧਾ ਦੀ ਕਮੀ ਉਹਨਾਂ 'ਚ ਨਹੀਂ ਹੈ, ਔਰ ਜਿਹੜੀ ਸਹਿਣਸ਼ੀਲਤਾ ਉਹਨਾਂ ਦੇ ਅੰਦਰੋਂ ਖਤਮ ਹੁੰਦੀ ਜਾ ਰਹੀ ਹੈ, ਉਹ ਅਸੀਂ ਖਤਮ ਕਰ ਰਹੇ, ਕਿਉਂਕਿ ਅਸੀਂ ਪਖੰਡ ਜ਼ਿਆਦਾ ਫੜ ਲਿਆ। ਔਰ ਪਰਮੇਸ਼ਵਰ ਦੀ ਬਾਣੀ ਕਹਿੰਦੀ ਕਿ ਐਸੇ ਟਾਈਮ 'ਤੇ ਅੰਤ ਦਾ, ਜਦੋਂ ਦੁਨੀਆ ਦਾ ਅੰਤ ਹੋਣ ਵਾਲਾ ਹੋਏਗਾ, ਇਹ ਨਿਸ਼ਾਨੀਆਂ ਨੇ ਕਿ ਐਸੇ ਟਾਈਮ 'ਤੇ ਕੀ ਹੋਏਗਾ, ਉਹ ਝੂਠੇ ਲੋਕ ਜਿਹੜੇ ਨੇ ਹੈ ਨਾ, ਉਹ ਉੱਠਣਗੇ ਔਰ ਮਸੀਹ ਦਾ ਝੂਠਾ ਪ੍ਰਚਾਰ ਕਰਨਗੇ, ਜੋ ਬਾਈਬਲ ਨਹੀਂ ਕਹਿੰਦੀ, ਜੋ ਬਾਈਬਲ ਦੇ ਵਿੱਚ ਨਹੀਂ ਲਿਖਿਆ, ਉਹ ਉਸ ਗੱਲ ਦਾ ਪ੍ਰਚਾਰ ਕਰਨਗੇ। ਉਹਦੇ ਪਿੱਛੇ ਵਜ੍ਹਾ ਕੀ ਹੈ ਕਿ ਉਹ ਆਪਣੀ ਕਮਾਈ ਦਾ ਸਾਧਨ ਇਸ ਚੀਜ਼ ਨੂੰ ਬਣਾਉਂਦੇ ਨੇ। ਸੋ ਕੀ ਲਿਖਿਆ, ਪਰਮਾਤਮਾ ਸਾਫ਼ ਆਖਦਾ ਹੈ ਵੀ ਆਉਣ ਵਾਲਿਆਂ ਸਮਿਆਂ ਵਿੱਚ ਇਹ ਬਾਈਬਲ ਜਿਹੜੇ ਵਚਨ ਲਿਖੇ ਗਏ, ਤਕਰੀਬਨ ਤੁਸੀਂ ਕਹਿ ਲਓ ਸਿੱਧਾ 2000 ਸਾਲ ਪਹਿਲਾਂ, ਅੱਗੇ ਪਿੱਛੇ ਹੈ ਪਰ ਤਕਰੀਬਨ 2000 ਸਾਲ ਪਹਿਲਾਂ ਇਹ ਲਿਖੇ ਗਏ। ਔਰ ਉਦੋਂ ਕੀ ਲਿਖਿਆ ਗਿਆ ਕਿ ਆਉਣ ਵਾਲਿਆਂ ਸਮਿਆਂ 'ਚ, ਮਤਲਬ ਅੱਜ ਜਿਹੜੇ ਸਮੇਂ ਨੇ, ਇਹਨਾਂ ਦੇ ਵਿੱਚ ਕੀ ਹੋਏਗਾ, ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਤੇ ਉਹ ਹੋ ਗਏ ਜਿਹੜੇ ਭੂਤਾਂ ਦੀ ਸਿੱਖਿਆ ਦੇਣ ਵਾਲੇ ਨੇ, ਭਰਮਾਉਣ ਵਾਲੀਆਂ ਰੂਹਾਂ ਦੀ ਸਿੱਖਿਆ ਦੇਣ ਵਾਲੇ ਨੇ। ਜੇ ਕੋਈ ਕਹਿੰਦਾ ਮੈਂ ਅਗੰਮ ਵਾਕ ਕਰਦਾ, ਹੋ ਸਕਦਾ ਪਰਮੇਸ਼ਵਰ ਵੱਲੋਂ ਵੀ ਹੋਵੇ, ਕਈ ਲੋਕ ਹੈ ਨੇ ਜਿਹੜੇ ਪਰਮੇਸ਼ਵਰ ਦੇ ਸੱਚੇ ਵਰਦਾਨ ਜਿਨ੍ਹਾਂ ਦੇ ਕੋਲ ਹੈ ਨੇ, ਉਹ ਪਰਮੇਸ਼ਵਰ ਦੇ ਅਗੰਮ ਵਾਕ ਨੂੰ ਕਰਦੇ ਨੇ, ਪਰ ਉਹ ਪਤਾ ਲੱਗ ਜਾਂਦਾ ਕਿ ਇਹ ਕਿੱਧਰ ਨੂੰ ਗੱਲ ਕਰ ਰਿਹਾ, ਜਾਂ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਵੀ ਗੱਲ ਕਰੇਗਾ ਕਿ ਇਹਦਾ ਅਗੰਮ ਵਾਕ ਜਿਹੜਾ ਉਹ ਸੱਚਾ ਹੈ ਕਿ ਨਹੀਂ ਸੱਚਾ। ਸੋ ਕਈ ਲੋਕਾਂ ਨੇ ਉਸ ਚੀਜ਼ ਨੂੰ ਕਮਾਈ ਦਾ ਸਾਧਨ ਬਣਾ ਲਿਆ। ਉਹਨਾਂ ਦੀ ਭੂਤਾਂ ਦੀ ਸਿੱਖਿਆ ਕੀ ਹੈ ਕਿ ਆਓ ਤੇ ਤੁਹਾਨੂੰ ਦੱਸ ਦਿਆਂਗੇ ਤੁਹਾਡਾ ਆਹ ਕੰਮ ਜਿਹੜਾ ਇਹ ਸਫਲ ਹੋਏਗਾ ਕਿ ਨਹੀਂ ਹੋਏਗਾ, ਹੈ ਨਾ। ਘਰ ਦੇ ਵਿੱਚ ਤੁਹਾਡੇ ਜਿਹੜੇ ਹਾਲਾਤ ਨੇ ਉਹਦੇ ਵਿੱਚ ਤੁਹਾਨੂੰ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਤੇ ਤੁਹਾਨੂੰ ਪੈਸਾ ਮਿਲੇਗਾ ਆਉਣ ਵਾਲੇ ਸਮੇਂ 'ਚ। ਇਸ ਤਰ੍ਹਾਂ ਹੋਏਗਾ ਜਿਹੜੇ ਤੁਹਾਡੇ, ਕਹਿਣ ਦਾ ਮਤਲਬ ਕੀ ਹੈ, ਜਿਹੜੇ ਤੁਹਾਨੂੰ ਤੁਹਾਡੇ ਫਾਇਦੇ ਦੀਆਂ ਗੱਲਾਂ ਦੱਸਣਗੇ, ਹੈ ਨਾ, ਸੰਸਾਰਿਕ ਫਾਇਦੇ ਦੀਆਂ, ਜਿਨ੍ਹਾਂ ਦਾ ਸੰਬੰਧ ਤੁਹਾਡੇ ਸਰੀਰ ਨਾਲ ਹੈ, ਉਹ ਬਹੁਤ ਘੱਟ ਐਸਾ ਹੋਏਗਾ ਕਿ ਪਰਮੇਸ਼ਵਰ ਵੱਲੋਂ। ਤੁਸੀਂ ਇਸ ਗੱਲ ਨੂੰ, ਸਮੱਸਿਆ ਕੀ ਹੈ ਕਿ ਅਸੀਂ ਸੁਣਨਾ ਹੀ ਉਹ ਚਾਹੁੰਦੇ। ਅਸਲ 'ਚ ਜਿਹੜਾ ਅਗੰਮ ਵਾਕ ਹੈ ਪਰਮੇਸ਼ਵਰ ਦੇ ਆਤਮਾ ਦੇ ਬਾਰੇ ਹੈ, ਕਿ ਤੁਸੀਂ ਆਤਮਾ ਵਿੱਚ ਪਰਮੇਸ਼ਵਰ ਵਿੱਚ ਕਿਵੇਂ ਵਧਣਾ, ਤੁਹਾਡੇ ਆਤਮਿਕ ਜੀਵਨ ਬਾਰੇ ਹੈ। ਜਾਂ ਜੇ ਕੋਈ ਅਗੰਮ ਵਾਕ, ਸੱਚਾ ਅਗੰਮ ਵਾਕ ਪਰਮੇਸ਼ਵਰ ਵੱਲੋਂ ਹੋਏਗਾ, ਉਹ ਇਹ ਹੋਏਗਾ ਕਿ ਤੁਹਾਡੇ ਆਉਣ ਵਾਲੇ ਸਮੇਂ 'ਚ ਤੁਹਾਡੇ ਲਈ ਇਹ ਪਰੇਸ਼ਾਨੀ ਹੋ ਸਕਦੀ ਆ, ਤੁਸੀਂ ਦੁਆ ਪ੍ਰਾਰਥਨਾ ਕਰੋ, ਪਰਮੇਸ਼ਵਰ ਦੇ ਚਰਨਾਂ 'ਚ ਹੋਰ ਜ਼ਿਆਦਾ ਝੁਕੋ, ਪਰਮੇਸ਼ਵਰ ਦੇ ਨਾਲ ਹੋਰ ਜ਼ਿਆਦਾ ਜੁੜੋ, ਤਾਂ ਕਿ ਤੁਸੀਂ ਉਸ ਪਰੇਸ਼ਾਨੀ ਤੋਂ ਬਚ ਜਾਓ। ਪਰ ਜਿਹੜਾ ਝੂਠਾ ਅਗੰਮ ਵਾਕ ਜਾਂ ਝੂਠੀਆਂ ਭਵਿੱਖਬਾਣੀਆਂ ਹੋਣਗੀਆਂ, ਉਹ ਤੁਹਾਡੇ ਫਾਇਦੇ ਦੀਆਂ ਹੋਣਗੀਆਂ। ਉਹਦੇ 'ਚ ਹੋਏਗਾ ਤੁਹਾਨੂੰ ਪੈਸਾ ਮਿਲੇਗਾ, ਤੁਹਾਨੂੰ ਸਫਲਤਾ ਮਿਲੇਗੀ, ਤੁਹਾਡੇ ਲਈ ਆਹ ਹੋ ਜਾਏਗਾ, ਤੁਹਾਡੇ ਲਈ ਆਹ ਹੋ ਜਾਏਗਾ, ਹੈ ਨਾ, ਇਹ ਚੀਜ਼ਾਂ। ਔਰ ਸਮੱਸਿਆ ਕਿੱਥੇ ਹੈ, ਸਾਨੂੰ ਉਹ ਜਿਹੜੀ ਅਸਲੀ ਭਵਿੱਖਬਾਣੀ ਹੈ, ਜਿਹੜੀ ਸਾਡੀ ਆਤਮਾ ਨਾਲ ਸੰਬੰਧਿਤ ਹੈ, ਉਹ ਸਾਨੂੰ ਚੰਗੀ ਨਹੀਂ ਲੱਗਦੀ। ਸਾਨੂੰ ਚੰਗੀ ਲੱਗਦੀ ਹੈ ਜਿਹੜੀ ਸਾਡੇ ਫਾਇਦੇ ਦੀ ਗੱਲ ਦੱਸੇ ਬੰਦਾ। ਲੋਕ ਹੱਥ ਕਿਉਂ ਵਿਖਾਉਂਦੇ ਨੇ? ਅੱਜ ਵੀ ਕਈ ਮਸੀਹ ਨੇ ਜਿਹੜੇ, ਹੈ ਨਾ, ਔਰ ਬੜੀ ਸ਼ਰਮਿੰਦਗੀ ਦੀ ਗੱਲ ਹੈ ਕਿ ਮਸੀਹ ਵੀ ਨੇ ਜਿਨ੍ਹਾਂ ਦਾ ਅਜੇ ਤੱਕ ਵਿਸ਼ਵਾਸ ਹੈ ਕਿ ਅਸੀਂ ਹੱਥ ਵਿਖਾਉਣਾ। ਭਾਵੇਂ ਪਿੰਡ ਦੇ ਵਿੱਚ ਤੁਸੀਂ ਆਮ ਜੋਗੀ ਤੁਰੇ ਫਿਰਦੇ ਨੇ, ਉਹ ਕਹਿ ਦਿੰਦੇ ਨੇ ਵੀ ਲਓ ਤੁਹਾਡਾ ਹੱਥ ਵੇਖਦੇ ਨੇ, ਭਾਵੇਂ ਤੁਸੀਂ ਉਸ ਤਰ੍ਹਾਂ ਕਰਦੇ ਜੇ, ਭਾਵੇਂ ਸੱਚੀ ਮੁੱਚੀ ਕਿਸੇ ਜੋਤਸ਼ੀ ਹੋ ਜਾਂਦੇ, ਗੱਲ ਇੱਕੋ ਹੀ ਹੈ। ਕਿਉਂ? ਕਿਉਂਕਿ ਤੁਹਾਡਾ ਵਿਸ਼ਵਾਸ ਹੈ ਕਿ ਹੱਥ ਵਿਖਾ ਕੇ ਸਾਨੂੰ ਪਤਾ ਲੱਗ ਜਾਏ ਕਿ ਆਉਣ ਵਾਲੇ ਸਮੇਂ 'ਚ ਸਾਡੇ ਲਈ ਕੀ ਹੋਣਾ। ਔਰ ਆਤਮਾ ਦੀ ਗੱਲ ਸੁਣਨ ਲਈ ਨਹੀਂ ਹੱਥ ਵਿਖਾਉਂਦੇ ਅਸੀਂ ਵਿਖਾਉਂਦੇ ਸਾਡਾ ਫਾਇਦਾ ਕਿੱਧਰੋਂ ਹੋਣਾ। ਔਰ ਪਰਮੇਸ਼ਵਰ ਇਹਨਾਂ ਗੱਲਾਂ ਦੇ ਖਿਲਾਫ ਹੈ। ਭੂਤਾਂ ਦੀ ਸਿੱਖਿਆ ਪਰਮੇਸ਼ਵਰ ਇਹਨਾਂ ਚੀਜ਼ਾਂ ਨੂੰ ਕਹਿੰਦਾ। ਸੋ ਐਸੇ ਅਗੰਮ ਵਾਕ ਪਛਾਣ ਕਿਸ ਤਰ੍ਹਾਂ ਸਕਦੇ ਹਾਂ ਕਿ ਵੀ ਇਹ ਗੱਲ ਕੀ ਕਹਿ ਰਿਹਾ, ਇਹਦਾ ਸੰਬੰਧ ਜਿਹੜੀ ਗੱਲ ਕਹਿ ਰਿਹਾ ਮੇਰੀ ਆਤਮਾ ਨਾਲ ਕਿ ਜਾਂ ਸਰੀਰਕ ਮੇਰੇ ਫਾਇਦੇ ਨਾਲ। ਸੋ ਇਹ ਪਛਾਣ ਹੈ। ਸੋ ਕੀ ਲਿਖਿਆ, ਸਿੱਖਿਆ ਵੱਲ, ਝੂਠੀ ਸਿੱਖਿਆ ਵੱਲ, ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਲਿਖਿਆ, ਨੇਚਾ ਤੋਂ ਕੀ ਆ ਫਿਰ ਜਾਣਗੇ। ਵਿਸ਼ਵਾਸ ਉਹਨਾਂ ਦਾ ਖਤਮ ਹੋ ਜਾਏਗਾ, ਉਹਨਾਂ ਦਾ ਵਿਸ਼ਵਾਸ ਇਹਨਾਂ ਗੱਲਾਂ 'ਤੇ ਰਹਿ ਜਾਏਗਾ। ਔਰ ਅੱਜ ਦੇ ਸਮੇਂ 'ਚ ਇਹੀ ਸਾਨੂੰ ਦਿਖਾਈ ਦਿੰਦਾ ਹੈ, ਲੋਕਾਂ ਦਾ ਵਿਸ਼ਵਾਸ
ਨੇਚਾ ਵਿਸ਼ਵਾਸ ਨਹੀਂ ਰਿਹਾ ਲੋਕਾਂ ਦਾ ਵਿਸ਼ਵਾਸ ਭਰੋਸਾ ਜਿਹੜਾ ਹੋ ਗਿਆ ਪਰਮੇਸ਼ਵਰ 'ਤੇ ਨਹੀਂ ਰਿਹਾ, ਪਰਮੇਸ਼ਵਰ ਦੇ ਵਚਨ 'ਤੇ ਨਹੀਂ ਰਿਹਾ, ਜੋ ਪਰਮੇਸ਼ਵਰ ਉਹਨਾਂ ਨੂੰ ਕਹਿਣਾ ਚਾਹੁੰਦਾ ਉਸ ਗੱਲ 'ਤੇ ਨਹੀਂ ਰਿਹਾ। ਲੋਕਾਂ ਦਾ ਵਿਸ਼ਵਾਸ ਇਹੋ ਜਿਹੇ ਪਾਸਟਰਾਂ 'ਤੇ ਹੋ ਗਿਆ, ਚਮਤਕਾਰਾਂ 'ਤੇ ਹੋ ਗਿਆ ਔਰ ਇਹਨਾਂ ਚੀਜ਼ਾਂ 'ਤੇ ਹੋ ਗਿਆ, ਔਰ ਇਸ ਕਰਕੇ ਉਹਨਾਂ ਦੇ ਅੰਦਰੋਂ ਵਿਸ਼ਵਾਸ ਖਤਮ ਹੋ ਗਿਆ, ਨੇਚਾ ਖਤਮ ਹੋ ਗਈ। ਉਹਨਾਂ ਦਾ ਲਾਲਚ ਕਿਉਂ ਭਟਕਦੇ ਆ? ਕਿਉਂਕਿ ਸਾਡਾ ਲਾਲਚ ਸਾਨੂੰ ਲਈ ਫਿਰਦਾ ਕਿ ਉੱਥੋਂ ਚਮਤਕਾਰ ਹੋ ਜਾਏ, ਉੱਥੋਂ ਇਸ ਤਰ੍ਹਾਂ ਹੋ ਜਾਏ, ਉੱਥੋਂ ਇਸ ਤਰ੍ਹਾਂ ਹੋ ਜਾਏ, ਉੱਥੋਂ ਇਸ ਤਰ੍ਹਾਂ ਜੀ। ਗੱਲ ਇਹ ਨਹੀਂ ਹੈ ਕਿ ਸਾਡੇ ਅੰਦਰ ਵਿਸ਼ਵਾਸ ਹੈਗਾ ਜਾਂ ਨਹੀਂ ਹੈਗਾ। ਗੱਲ ਇਹ ਹੈ ਕਿ ਉਹ ਵਿਸ਼ਵਾਸ ਸਾਡਾ ਕਿੱਧਰ ਲੱਗਾ ਹੈ। ਸਾਡਾ ਵਿਸ਼ਵਾਸ ਸਾਡੇ ਅੰਦਰ ਹੈ ਪਰ ਉਹ ਲੱਗਾ ਕਿੱਧਰ ਹੈ? ਐਨ ਸਾਡਾ ਵਿਸ਼ਵਾਸ ਪਰਮੇਸ਼ਵਰ 'ਤੇ ਨਹੀਂ ਲੱਗਾ, ਸਾਡਾ ਵਿਸ਼ਵਾਸ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਲੱਗਾ। ਔਰ ਫਿਰ ਅੱਗੇ ਕੀ ਲਿਖਿਆ? ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ। ਮਤਲਬ ਜਿਹੜੇ ਸਿੱਖਿਆ ਦਿੰਦੇ ਨੇ ਉਹਨਾਂ ਦੇ ਅੰਦਰ ਕਪਟ ਹੈ। ਉਹ ਕਿਉਂ ਕਰਦੇ ਨੇ ਐਸਾ? ਕਿਉਂਕਿ ਉਹ ਛਲ ਹੈ ਉਹਨਾਂ ਦੇ ਅੰਦਰ, ਉਹ ਆਪਣਾ ਫਾਇਦਾ ਚਾਹੁੰਦੇ ਨੇ, ਔਰ ਉਸ ਕਪਟ ਦੇ ਕਾਰਨ ਐਸਾ ਹੁੰਦਾ ਹੈ। ਜਿਨ੍ਹਾਂ ਦਾ ਆਪਣਾ ਹੀ ਅੰਤःਕਰਨ ਤੱਤੇ ਲੋਹੇ ਨਾਲ ਦਾਗਿਆ, ਮਤਲਬ ਉਹਨਾਂ ਦਾ ਆਪਣਾ ਹੀ ਜ਼ਮੀਰ ਹੈ ਨਹੀਂ, ਹੈ ਨਾ, ਕੋਈ ਉਹਦੇ 'ਚ ਸੱਚਾਈ ਨਹੀਂ, ਕੁਝ ਨਹੀਂ, ਉਹ ਭ੍ਰਿਸ਼ਟਿਆ ਹੋਇਆ ਜ਼ਮੀਰ ਹੈ ਉਹਨਾਂ ਦਾ। ਕਿਉਂਕਿ ਜੇ ਉਹ ਪ੍ਰਚਾਰ ਕਰ ਰਹੇ ਨੇ ਉਹਦੇ ਪਿੱਛੇ ਕਦੇ ਲਈ ਕਰ ਰਹੇ ਨੇ ਫਾਇਦਾ, ਉਹਦੇ ਪਿੱਛੇ ਰੀਜ਼ਨ ਕੀ, ਕਾਰਨ ਕੀ ਹੈ? ਉਹਦੇ ਪਿੱਛੇ ਕਾਰਨ ਹੈ ਉਹਨਾਂ ਦਾ ਆਪਣਾ ਫਾਇਦਾ। ਔਰ ਜੇ ਉਹ ਲੋਕਾਂ ਨੂੰ ਭਰਮਾ ਕੇ ਆਪਣੇ ਕੋਲ ਸੱਦਣ ਲਈ ਜਾਂ ਇਕੱਠੇ ਕਰਨ ਲਈ ਇਸ ਤਰ੍ਹਾਂ ਕਰਦੇ ਨੇ, ਅਤੇ ਉਹਦੇ ਪਿੱਛੇ ਫਾਇਦਾ ਕੀ ਹੈ? ਪਰਮੇਸ਼ਵਰ ਦੇ ਰਾਜ ਦਾ ਕੋਈ ਉਹਦੇ ਪਿੱਛੇ ਨਾ ਉਹਨਾਂ ਦੀ ਸੋਚ ਹੈ, ਨਾ ਕੋਈ ਫਾਇਦਾ ਹੈ। ਉਹਦੇ ਪਿੱਛੇ ਉਹਨਾਂ ਦਾ ਆਪਣਾ ਫਾਇਦਾ, ਆਪਣੀ ਸੋਚ ਹੈ ਉਹਨਾਂ ਦੀ, ਆਪਣਾ ਭਲਾ ਸੋਚ ਕੇ, ਆਪਣੇ ਲਈ ਸੋਚ ਕੇ ਉਹ ਇਹ ਸਾਰੀਆਂ ਕੋਸ਼ਿਸ਼ਾਂ ਕਰਦੇ ਨੇ। ਸੋ ਪਰਮੇਸ਼ਵਰ ਕੀ ਹੈ? ਐਸੇ ਲੋਕਾਂ ਦਾ ਨਿਆਂ ਕਰੇਗਾ। ਸੋ ਕੀ ਲਿਖਿਆ? ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ, ਜਿਹੜੇ ਝੂਠੀ ਸਿੱਖਿਆ ਦਿੰਦੇ, ਜਿਹੜੇ ਕਪਟੀ ਨੇ, ਜਿਨ੍ਹਾਂ ਦਾ ਛਲ ਹੈ ਜਿਨ੍ਹਾਂ ਦੇ ਅੰਦਰ ਲੋਕਾਂ ਨੂੰ ਠੱਗਣ ਦਾ। ਔਰ ਫਿਰ ਲਿਖਿਆ ਜਿਨ੍ਹਾਂ ਦਾ ਆਪਣਾ ਹੀ ਅੰਤःਕਰਨ ਤੱਤੇ ਲੋਹੇ ਨਾਲ ਦਾਗਿਆ, ਮਤਲਬ ਆਪਣਾ ਹੀ ਉਹਨਾਂ ਦਾ ਅੰਤःਕਰਨ ਕੀ ਹੈ? ਭ੍ਰਿਸ਼ਟ ਹੈ। ਔਰ ਫਿਰ ਲਿਖਿਆ ਜਿਹੜੇ ਵਿਆਹ ਕਰਨ ਤੋਂ ਵਰਜਦੇ ਹਨ। ਆਮ ਸਮਾਜ ਦੇ ਵਿੱਚ ਅਸੀਂ ਵੇਖਦੇ ਹਾਂ ਕਈ ਲੋਕ ਕਹਿੰਦੇ ਜੇ ਅਸੀਂ ਵਿਆਹ ਨਹੀਂ ਕਰਾਇਆ ਅਸੀਂ ਪਰਮੇਸ਼ਵਰ ਦੀ ਸੇਵਾ ਕਰਨੀ ਹੈ। ਜੇ ਤਾਂ ਆਪਣੇ ਮਨੋਂ ਹੈ, ਪਰਮੇਸ਼ਵਰ ਨੇ ਉਹਨਾਂ ਦੇ ਮਨ 'ਚ ਪਾਇਆ ਔਰ ਉਹਨਾਂ ਦਾ ਨਿੱਜੀ ਫੈਸਲਾ, ਫਿਰ ਉਹ ਵੱਖਰੀ ਗੱਲ ਹੈ। ਪਰ ਜੇ ਉਹ ਐਸੀ ਸਿੱਖਿਆ ਦੇ ਮਗਰ ਲੱਗ ਕੇ ਕਿ ਸਾਡਾ ਪਾਸਟਰ ਇਸ ਤਰ੍ਹਾਂ ਕਹਿੰਦਾ ਵੀ ਵਿਆਹ ਨਹੀਂ ਕਰਾਉਣਾ ਅਤੇ ਬਿਨਾਂ ਵਿਆਹ ਕਰਾਏ ਸੇਵਾ ਕਰਨੀ ਆ, ਬੜੇ ਐਸੇ ਹੈ ਨੇ ਸਮੂਹ ਨੇ, ਕਲੀਸਿਆਵਾਂ ਨੇ ਜਿਨ੍ਹਾਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਪਰਮੇਸ਼ਵਰ ਦੀ ਬਾਣੀ ਸਾਫ਼ ਸਪਸ਼ਟ ਦੱਸਦੀ ਹੈ ਕਿ ਉਹ ਗਲਤ ਸਿੱਖਿਆ, ਝੂਠੀ ਸਿੱਖਿਆ। ਉਹ ਜਿਹੜੇ ਵਿਆਹ ਕਰਨ ਤੋਂ ਵਰਜਦੇ ਨੇ ਅਤੇ ਉਹਨਾਂ ਭੋਜਨਾਂ ਦੇ ਖਾਣ ਤੋਂ ਮਨਾ ਕਰਦੇ ਹਨ ਜੋ ਪਰਮੇਸ਼ਵਰ ਨੇ ਉਤਪਤ ਕੀਤੇ ਹਨ। ਕਈ ਤਰ੍ਹਾਂ ਦੇ ਭੋਜਨ ਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਨੇ, ਭਰਮ ਨੇ, ਵਹਿਮ ਨੇ ਵੀ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਪੁਰਾਣੇ ਨੇਮ 'ਚ ਆਹ ਮਨਾ, ਉਹਦੇ 'ਚ ਇਹ ਨੇਮ ਮਨਾ ਵਾ। ਪਰਮੇਸ਼ਵਰ ਨੇ ਆਹ ਕਿਹਾ ਵੀ ਇਸ ਤਰ੍ਹਾਂ ਨਹੀਂ ਕਰਨਾ, ਆਹ ਕਿਹਾ ਇਸ ਤਰ੍ਹਾਂ ਨਹੀਂ ਕਰਨਾ। ਜਿੱਥੇ ਸਾਡੇ ਆਪਣੇ ਫਾਇਦੇ ਦੀ ਗੱਲ ਹੁੰਦੀ ਆ ਉੱਥੇ ਅਸੀਂ ਕਹਿੰਦੇ ਹਾਂ ਵੀ ਨਵੇਂ ਨੇਮ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ, ਅਤੇ ਜਿੱਥੇ ਸਾਡਾ ਆਪਣਾ ਫਾਇਦਾ ਨਹੀਂ ਹੁੰਦਾ ਉੱਥੇ ਅਸੀਂ ਸਾਰੀਆਂ ਚੀਜ਼ਾਂ ਵੀ ਪਰਮੇਸ਼ਵਰ ਇਸ ਤਰ੍ਹਾਂ ਕਹਿੰਦਾ। ਖਾਣ ਵਾਲਾ, ਬਾਈਬਲ ਕਹਿੰਦੀ ਹੈ, ਪਰਮੇਸ਼ਵਰ ਦਾਸ ਪੌਲਸ ਨੇ ਕਿਹਾ, ਖਾਣ ਵਾਲਾ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਨਾ ਖਾਣ ਵਾਲਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ। ਸੋ ਬਾਈਬਲ ਕੀ ਕਹਿੰਦੀ ਹੈ? ਉਹ ਇਹ ਝੂਠੀ ਸਿੱਖਿਆ ਲਿਖਿਆ ਉਹਨਾਂ ਭੋਜਨਾਂ ਦੇ ਖਾਣ ਤੋਂ, ਜਿਹੜੇ ਕਪਟੀ ਨੇ, ਜਿਹੜੇ ਝੂਠੇ ਪ੍ਰਚਾਰਕ ਨੇ, ਉਹਨਾਂ ਭੋਜਨਾਂ ਦੇ ਪਹਿਲੀ ਗੱਲ ਵਿਆਹ ਕਰਨ ਤੋਂ ਮਨਾ ਕਰਦੇ ਨੇ, ਵਰਜਦੇ ਨੇ। ਔਰ ਲਿਖਿਆ ਦੂਸਰੀ ਗੱਲ ਉਹਨਾਂ ਭੋਜਨਾਂ ਦੇ ਖਾਣ ਤੋਂ ਮਨਾ ਕਰਦੇ ਨੇ ਜੋ ਪਰਮੇਸ਼ਵਰ ਨੇ ਉਤਪਤ ਕੀਤੇ। ਕਿਉਂ ਕਰਦੇ ਨੇ? ਭਾਈ ਨੇਚਾ ਕਰਨ ਵਾਲੇ ਅਤੇ ਸੱਚਾਈ ਦੇ ਜਾਣਨ ਵਾਲੇ ਨਹੀਂ, ਜਿਹੜੇ ਵਿਆਹ ਕਰਨ ਤੋਂ ਵੱਜਦੇ ਹਨ ਅਤੇ ਉਹਨਾਂ ਭੋਜਨਾਂ ਦੇ ਖਾਣ ਤੋਂ ਮਨਾ ਕਰਦੇ ਹਨ ਜੋ ਪਰਮੇਸ਼ਵਰ ਨੇ ਉਤਪਤ ਕੀਤੇ। ਭਾਈ ਨੇਚਾ ਕਰਨ ਵਾਲੇ ਅਤੇ ਸੱਚਾਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ। ਪਰਮੇਸ਼ਵਰ ਨੇ ਉਤਪਤ ਕੀਤੇ ਵਿਸ਼ਵਾਸੀਆਂ ਲਈ, ਉਹਨਾਂ ਦੇ ਵਰਤਣ ਲਈ, ਉਹਨਾਂ ਦੇ ਖਾਣ ਲਈ ਸਾਰੇ ਭੋਜਨ। ਔਰ ਇਹ ਜੋ ਪਰਮੇਸ਼ਵਰ ਨੇ ਆਪਣੇ ਨਿਯਮ ਵਿਧੀਆਂ ਦਿੱਤੀਆਂ ਕਾਹਦੇ ਲਈ? ਕਿ ਸੱਚਾਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ। ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤਾਂ ਉਹ ਚੀਜ਼ ਸਾਡੇ ਲਈ ਪਵਿੱਤਰ ਹੈ। ਅੱਗੇ ਲਿਖਿਆ, ਪੜ੍ਹਾਂਗੇ ਉਸ ਆਇਤ ਨੂੰ। ਪਰ ਕੀ ਆ ਕਹਿਣ ਦਾ ਮਤਲਬ ਕਿ ਇਹ ਝੂਠੀ ਸਿੱਖਿਆ ਭੋਜਨਾਂ ਦੇ ਬਾਰੇ ਔਰ ਹੈ ਨਾ ਵਿਆਹ ਦੇ ਬਾਰੇ ਕਿ ਵਿਆਹ ਨਹੀਂ ਕਰਨਾ ਅਤੇ ਫਿਰ ਸੇਵਾ ਕਰਨੀ ਹੈ, ਇਹ ਸਭ ਬਾਈਬਲ ਕੀ ਕਹਿੰਦੀ ਹੈ? ਇਹਨਾਂ ਗੱਲਾਂ ਨੂੰ ਝੂਠੀ ਸਿੱਖਿਆ ਕਹਿੰਦੀ। ਸੋ ਅੱਜ ਦੇ ਸਮੇਂ 'ਚ ਸਾਨੂੰ ਇਹ ਚੀਜ਼ਾਂ ਪਛਾਣਨੀਆਂ ਜ਼ਰੂਰੀ ਨੇ ਕਿ ਜਿਹੜਾ ਪ੍ਰਚਾਰ ਅਸੀਂ ਸੁਣ ਰਹੇ ਹਾਂ ਜਾਂ ਇੰਟਰਨੈਟ 'ਤੇ ਸੁਣ ਰਹੇ ਹਾਂ ਜਾਂ ਅਸੀਂ ਜਿੱਥੇ ਵੀ ਜਾ ਰਹੇ ਹਾਂ ਉਹ ਕੀ ਸਿੱਖਿਆ ਦੇ ਰਿਹਾ ਹੈ। ਔਰ ਜੇ ਅਸੀਂ ਵੀ ਜਾ ਰਹੇ ਹਾਂ, ਭਟਕ ਰਹੇ ਹਾਂ, ਅਤੇ ਪਿੱਛੇ ਵਜ੍ਹਾ ਕੀ ਹੈ? ਸਰੀਰਕ ਫਾਇਦਾ ਲੱਭ ਰਹੇ ਹਾਂ ਜਾਂ ਆਤਮਿਕ ਫਾਇਦਾ ਲੱਭ ਰਹੇ ਹਾਂ ਵੀ ਅਸੀਂ ਇਹ ਸੰਗਤ ਤਾਂ ਛੱਡ ਕੇ ਜਾ ਰਹੇ ਹਾਂ ਤਾਂ ਕਿ ਸਾਨੂੰ ਆਤਮਿਕ ਖੁਰਾਕ ਚੰਗੀ ਮਿਲੇ, ਦੂਸਰੀ ਜਗ੍ਹਾ ਆਤਮਿਕ ਖੁਰਾਕ ਚੰਗੀ ਹੈ। ਐਸੀ ਗੱਲ ਤੋਂ ਜੇ ਜਾਂਦੇ ਜੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਕੋਈ ਕਸੂਰ ਨਹੀਂ। ਪਰ ਜੇ ਫਾਇਦੇ ਲਈ ਅਸੀਂ ਸੋਚਦੇ ਹਾਂ ਔਰ ਭਟਕਦੇ ਫਿਰਦੇ ਹਾਂ, ਫਿਰ ਸਾਡੇ ਲਈ ਕੀ ਹੈ? ਸੋਚਣ ਦੀ ਗੱਲ ਹੈ। ਬਾਈਬਲ ਕਹਿੰਦੀ, ਪਰਮੇਸ਼ਵਰ ਦਾ ਵਚਨ ਕਹਿੰਦਾ ਇਹੋ ਜਿਹੀਆਂ ਸਿੱਖਿਆਵਾਂ ਝੂਠੀਆਂ ਸਿੱਖਿਆਵਾਂ ਨੇ। ਔਰ ਫਿਰ ਅੱਗੇ ਲਿਖਿਆ, ਕਿਉਂ ਜੋ ਪਰਮੇਸ਼ਵਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਯੋਗ ਨਹੀਂ ਜੇ ਕਦੇ ਉਹ ਧੰਨਵਾਦ ਨਾਲ ਲਈ ਜਾਵੇ। ਜਿਹੜਾ ਵੀ ਭੋਜਨ ਤੁਸੀਂ ਖਾਂਦੇ ਜੇ, ਹੈ ਨਾ, ਜਿਹੜੇ ਜਿਸ ਤਰ੍ਹਾਂ ਦਾ ਵੀ ਭੋਜਨ ਖਾਂਦੇ ਜੇ, ਲਿਖਿਆ ਜੇ ਧੰਨਵਾਦ ਨਾਲ ਲਈ ਜਾਵੇ ਅਤੇ ਉਹਦੇ ਵਿੱਚ ਕੀ ਹੈ? ਕੋਈ ਬੁਰਾਈ ਨਹੀਂ, ਹਰੇਕ ਵਸਤ ਚੰਗੀ ਜੋ ਵੀ ਖਾਂਦੇ ਜੇ। ਸੋ ਪਰਮੇਸ਼ਵਰ ਹਰ ਕਿਸੇ ਦੀ ਜ਼ਿੰਦਗੀ ਨੂੰ ਜਾਂਚਣ ਵਾਲਾ ਪਰਮੇਸ਼ਵਰ। ਸਾਡਾ ਮਨ ਕੈਸਾ, ਕਿਹੜੇ ਵਿਚਾਰਾਂ ਨੂੰ ਅਸੀਂ
ਹੈ ਨਾ, ਕਿਹੜੇ ਵਿਚਾਰ ਅਸੀਂ ਰੱਖਦੇ ਹਾਂ, ਕੀ ਸਾਡੀ ਸੋਚ ਹੈ। ਪਰਮੇਸ਼ਵਰ ਹਰ ਗੱਲ ਨੂੰ ਜਾਣਦਾ ਹੈ। ਪਰ ਮੈਂ ਅੱਜ ਦੇ ਦਿਨ ਇਹੀ ਮੇਰੇ ਭੈਣਾਂ ਭਾਈਆਂ ਨੂੰ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਪਰਮੇਸ਼ਵਰ ਦੇ ਪਿੱਛੇ ਚੱਲਦੇ ਹਾਂ। ਪਰਮੇਸ਼ਵਰ 'ਤੇ ਵਿਸ਼ਵਾਸ ਕੀਤਾ ਸੀ, ਉਹਦੇ 'ਤੇ ਸੱਚੇ ਮਨ ਤੋਂ ਵਿਸ਼ਵਾਸ ਰੱਖੀਏ। ਪਰਮੇਸ਼ਵਰ ਜੇ ਚਾਹਵੇ, ਜੇ ਵਿਸ਼ਵਾਸ ਰੱਖੀਏ, ਘਰ ਬੈਠਿਆਂ ਤੁਹਾਡੀ ਥਾਲੀ 'ਚ ਰੋਟੀ ਵੀ ਦੇ ਸਕਦਾ ਹੈ। ਇੱਥੋਂ ਤੱਕ ਮੈਂ ਇਹ ਗੱਲ ਕਹਿਣਾ, ਜਦੋਂ ਇਸਰਾਈਲੀਆਂ ਨੇ ਪਰਮੇਸ਼ਵਰ ਤੋਂ ਮੰਗਿਆ, ਕੁੜਕੁੜਾਏ, ਪਰ ਪਰਮੇਸ਼ਵਰ ਨੂੰ ਪਤਾ ਸੀ ਕਿ ਇਹਨਾਂ ਲਈ ਪ੍ਰਬੰਧ ਕਰਨਾ, ਅਤੇ ਉਹਨੇ ਉਹਨਾਂ ਨੂੰ ਕੁਝ ਕਰਨ ਲਈ ਨਹੀਂ ਕਿਹਾ। ਉਹਨੇ ਉਹਨਾਂ ਲਈ ਬੈਠਿਆਂ ਬਿਠਾਇਆ ਭੋਜਨ ਦਿੱਤਾ, ਇੰਨਾ ਕਿਹਾ ਕਿ ਬਸ ਇਕੱਠਾ ਕਰਕੇ ਖਾ ਲਓ। ਸੋ ਉਹ ਕਿਤਿਓਂ ਵੀ ਦੇ ਸਕਦਾ, ਪਰ ਗੱਲ ਕੀ ਹੈ ਕਿ ਸਾਡਾ ਵਿਸ਼ਵਾਸ, ਭਰੋਸਾ ਪੂਰੀ ਤਰ੍ਹਾਂ ਉਸ ਪਰਮੇਸ਼ਵਰ ਦੇ ਉੱਤੇ ਹੋਣਾ ਚਾਹੀਦਾ, ਉਦੋਂ ਇਹ ਕੰਮ ਹੁੰਦੇ ਨੇ। ਪਰ ਜਦੋਂ ਅਸੀਂ ਝੂਠੀ ਸਿੱਖਿਆ ਦੇ ਮਗਰ ਲੱਗਦੇ ਤਾਂ ਫਿਰ ਸਾਡੇ ਲਈ ਇਹ ਹੁੰਦਾ। ਫਿਰ ਲਿਖਿਆ 5 ਅਧਿਆਇ ਦੇ ਵਿੱਚ, ਇਸ ਲਈ ਜੋ ਪਰਮੇਸ਼ਵਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ, ਮਤਲਬ ਹਰ ਚੀਜ਼ ਖਾਣ ਵਾਲੀ, ਜਦੋਂ ਤੁਸੀਂ ਸਾਹਮਣੇ ਰੱਖ ਕੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਜੇ ਔਰ ਬੇਨਤੀ ਕਰਦੇ ਜੇ, ਫਿਰ ਕੀ ਹੈ, ਜਦੋਂ ਪ੍ਰਾਰਥਨਾ ਕਰਦੇ ਹਾਂ ਅਸੀਂ ਭੋਜਨ ਵਾਸਤੇ, ਹਰ ਉਹਦੇ 'ਚੋਂ ਜਿਹੜੀ ਅਸ਼ੁੱਧਤਾ ਹੈ, ਜਿਹੜੀ ਉਹਦੇ 'ਚ ਜੋ ਵੀ ਭ੍ਰਿਸ਼ਟਤਾ ਹੈ ਜਾਂ ਉਹ ਚੀਜ਼ ਅਸ਼ੁੱਧ ਹੈ, ਖਾਣ ਵਾਲੀ ਨਹੀਂ ਹੈ, ਹਰ ਭ੍ਰਿਸ਼ਟਤਾ ਉਹਦੇ 'ਚੋਂ ਦੂਰ ਹੋ ਜਾਂਦੀ। ਸੋ ਪਰਮੇਸ਼ਵਰ ਦਾ ਧੰਨਵਾਦ ਇਸ ਗੱਲ ਲਈ ਕਿ ਇਹ ਬਾਈਬਲ ਜਿਹੜੀ ਹੈ ਨਾ, ਬਾਈਬਲ ਦੇ ਵਿੱਚ ਇਹ ਜਿਹੜੀ ਸਿੱਖਿਆ ਹੈ, ਇਹ ਸੱਚੀ ਸਿੱਖਿਆ ਪਰਮੇਸ਼ਵਰ ਨੇ ਸਾਡੇ ਲਈ ਦਿੱਤੀ ਹੈ। ਸਾਨੂੰ ਇਹ ਐਸੀਆਂ ਗੱਲਾਂ ਨੇ, ਸਰਲ ਗੱਲਾਂ ਨੇ, ਜਿਹੜੀਆਂ ਜ਼ਰੂਰੀ ਨਹੀਂ ਕਿ ਸਾਨੂੰ ਕੋਈ ਸਮਝਾਵੇ ਤੇ ਫਿਰ ਹੀ ਸਮਝ ਆਉਣਗੇ। ਜੇ ਆਪ ਵੀ ਪੜ੍ਹੀਏ ਤਾਂ ਅਸੀਂ ਇਹਨਾਂ ਗੱਲਾਂ ਨੂੰ ਸਮਝ ਸਕਦੇ ਹਾਂ, ਪਰਮੇਸ਼ਵਰ ਦੀ ਆਤਮਾ ਤੋਂ ਮੰਗ ਸਕਦੇ ਹਾਂ ਕਿ ਪਰਮੇਸ਼ਵਰ ਸਾਡੀ ਸਹਾਇਤਾ ਕਰ। ਫਿਰ ਅਸੀਂ ਦੇਖਾਂਗੇ ਦੂਸਰਾ ਪਤਰਸ 2 ਅਧਿਆਏ, ਉਹਦੇ 'ਚ ਵੀ ਕੁਝ ਗੱਲਾਂ ਇਸ ਬਾਰੇ ਲਿਖੀਆਂ ਨੇ। ਦੂਸਰਾ ਪਤਰਸ 2 ਅਧਿਆਏ ਔਰ ਉਹਦੀ 1 ਤੋਂ 4 ਆਇਤ ਅਸੀਂ ਪੜ੍ਹਾਂਗੇ। ਇਹਦੇ ਵਿੱਚ ਲਿਖਿਆ ਹੈ, ਪਰ ਉਹਨਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ, ਜਿਵੇਂ ਤੁਹਾਡੇ ਵਿੱਚ ਵੀ ਝੂਠੇ ਗੁਰੂ ਹੋਣਗੇ, ਜਿਹੜੇ ਨਾਸ ਕਰਨ ਵਾਲੀਆਂ ਬਿਦਤਾਂ ਚੋਰੀ ਅੰਦਰ ਲਿਆਉਣਗੇ। ਹੁਣ ਜਦੋਂ ਝੂਠੀ ਸਿੱਖਿਆ ਦੇ ਮਗਰ ਤੁਹਾਨੂੰ ਕੋਈ ਲਾਉਂਦਾ, ਤੇ ਉਹ ਤੁਹਾਨੂੰ ਇਹ ਕਹਿ ਕੇ ਨਹੀਂ ਲਾਉਂਦਾ ਕਿ ਇਹ ਝੂਠੀ ਸਿੱਖਿਆ ਹੈ। ਗੁਪਤ ਤਰੀਕੇ ਨਾਲ ਔਰ ਬੜੀ ਚਲਾਕੀ ਨਾਲ ਉਹ ਚੀਜ਼ਾਂ ਤੁਹਾਡੇ ਮਨ 'ਚ ਪਾ ਦਿੱਤੀਆਂ ਜਾਂਦੀਆਂ। ਪਰ ਜੇਕਰ ਉਹ ਤੁਹਾਡੇ ਕੋਲ ਕੋਈ ਬੰਦਾ ਹੀ ਆ ਗਿਆ ਅਤੇ ਉਹ ਕਹਿੰਦਾ ਵੀ ਫਲਾਣੀ ਜਗ੍ਹਾ ਚੱਲੋ, ਹੈ ਨਾ, ਉਸ ਜਗ੍ਹਾ 'ਤੇ ਪਰਮੇਸ਼ਵਰ ਦਾ ਵਚਨ ਸੁਣਾਇਆ ਜਾਂਦਾ ਹੈ, ਪਰਮੇਸ਼ਵਰ ਦੇ ਗੀਤ ਭਜਨ ਬੋਲੇ ਜਾਂਦੇ ਨੇ, ਅਤੇ ਉੱਥੇ ਬਿਮਾਰ ਵੀ ਠੀਕ ਹੁੰਦੇ ਨੇ, ਅਤੇ ਹੈ ਨਾ, ਉੱਥੇ ਮੁਰਦੇ ਵੀ ਜਿੰਦਾ ਹੁੰਦੇ ਨੇ, ਅਤੇ ਉੱਥੇ ਆ ਵੀ ਕੰਮ ਹੁੰਦੇ ਨੇ। ਹੁਣ ਤੁਸੀਂ ਕੀ ਸੋਚ ਕੇ ਜਾਣਾ ਹੈ? ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਸਾਨੂੰ ਚਮਤਕਾਰ ਮਿਲੇ, ਪਰ ਉਹਦੇ ਤੁਹਾਨੂੰ ਖਿੱਚਣ ਦਾ ਤਰੀਕਾ ਕੀ ਹੈ ਕਿ ਪਰਮੇਸ਼ਵਰ ਦਾ ਘਰ ਹੈ, ਉੱਥੇ ਪਰਮੇਸ਼ਵਰ ਦੀ ਸੰਗਤੀ ਹੁੰਦੀ ਹੈ, ਪਰਮੇਸ਼ਵਰ ਦਾ ਵਚਨ ਸੁਣਾਇਆ ਜਾਂਦਾ। ਤੁਸੀਂ ਉਹਨਾਂ ਗੱਲਾਂ ਨੂੰ ਸੁਣ ਕੇ ਪਿੱਛੇ ਤੁਹਾਡਾ ਆਪਣਾ ਸਵਾਰਥ ਹੈ, ਪਰ ਤੁਸੀਂ ਇਹ ਸੋਚ ਕੇ ਜਾਣਾ ਕਿ ਹਾਂ ਉਹ ਵੀ ਪਰਮੇਸ਼ਵਰ ਦਾ ਘਰ ਹੈ, ਉੱਥੇ ਵੀ ਪਰਮੇਸ਼ਵਰ ਦਾ ਵਚਨ ਸੁਣਾਇਆ ਜਾਂਦਾ। ਪਰ ਉਹਦੇ ਪਿੱਛੇ ਉਹ ਕਿੰਨੀ ਚਲਾਕੀ ਨਾਲ ਪਰਮੇਸ਼ਵਰ ਦਾ ਨਾਂ ਲੈ ਕੇ, ਪਰਮੇਸ਼ਵਰ ਦੇ ਵਚਨ ਦਾ ਨਾਂ ਲੈ ਕੇ ਤੁਹਾਨੂੰ ਖਿੱਚ ਕੇ ਲੈ ਗਏ, ਤੁਹਾਨੂੰ ਠੱਗ ਕੇ ਲੈ ਗਏ, ਤੁਹਾਨੂੰ ਪਤਾ ਵੀ ਨਹੀਂ ਲੱਗਾ। ਇਸੇ ਕਰਕੇ ਬਾਈਬਲ ਕਹਿੰਦੀ ਹੈ ਕਿ ਬੜੀ ਖਤਰਨਾਕ ਗੱਲ ਹੈ, ਕਿਉਂਕਿ ਅੰਤ ਦੇ ਸਮੇਂ ਐਸੇ ਹੋਣਗੇ ਕਿ ਚੰਗੇ ਭਲੇ ਵਿਸ਼ਵਾਸੀ ਵੀ ਭੁਲੇਖੇ 'ਚ ਪੈ ਜਾਣਗੇ। ਕਿਉਂ ਪੈ ਜਾਣਗੇ? ਹੁਣ ਜੇ ਤੁਹਾਨੂੰ ਕਹੇ ਵੀ ਚਲੋ ਫਲਾਣੀ ਜਗ੍ਹਾ ਮੱਥਾ ਟੇਕਣਾ ਹੈ ਨਾ, ਫਲਾਣੀ ਜਗ੍ਹਾ ਜਗਰਾਤਾ ਹੋ ਰਿਹਾ, ਫਲਾਣੀ ਜਗ੍ਹਾ ਆਹ ਹੋ ਰਿਹਾ, ਕੁਝ ਵੀ ਹੋ ਰਿਹਾ, ਉੱਥੇ ਤੁਸੀਂ ਨਹੀਂ ਜਾਓਗੇ ਕਿਉਂਕਿ ਤੁਸੀਂ ਸੋਚੋਗੇ ਵੀ ਅਸੀਂ ਤਾਂ ਪ੍ਰਭੂ ਨੂੰ ਮੰਨਦੇ। ਪਰ ਜਦੋਂ ਤੁਹਾਨੂੰ ਅਗਲਾ ਕਹੇਗਾ ਵੀ ਉੱਥੇ ਪਰਮੇਸ਼ਵਰ ਦੀ ਸੰਗਤ ਹੋ ਰਹੀ ਹੈ, ਉੱਥੇ ਵਚਨ ਸੁਣਾਇਆ ਜਾ ਰਿਹਾ, ਉੱਥੇ ਆਹ ਹੋ ਰਿਹਾ, ਉੱਥੇ ਇਸ ਤਰ੍ਹਾਂ ਹੋ ਰਿਹਾ, ਅਤੇ ਫਿਰ ਉੱਥੇ ਚਮਤਕਾਰ ਵੀ ਹੁੰਦੇ ਨੇ, ਇਸ ਤਰ੍ਹਾਂ ਦੇ ਹੁੰਦੇ ਨੇ, ਅਤੇ ਫਿਰ ਤੁਹਾਡੇ ਮਨ 'ਚ ਸ਼ੱਕ ਨਹੀਂ, ਫਿਰ ਤੁਸੀਂ ਕਹੋਗੇ ਵੀ ਹਾਂ ਠੀਕ ਹੈ, ਪਰਮੇਸ਼ਵਰ ਦੀ ਬਾਣੀ ਹੈ ਉੱਥੇ ਵੀ ਇੱਥੇ ਵੀ, ਅਤੇ ਪਤਾ ਵੀ ਨਹੀਂ ਲੱਗੇਗਾ। ਹੌਲੀ 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 ਤੁਹਾਡੀ ਨੇਚਰ ਜਿਹੜੀ ਹੈ ਪਰਮੇਸ਼ਵਰ ਤੋਂ ਖਤਮ ਹੋ ਕੇ ਉਸ ਪਾਸਟਰ ਵੱਲ ਔਰ ਉਹਨਾਂ ਗੱਲਾਂ ਵੱਲ ਤੁਰ ਪਏਗੀ ਜਿਹੜੀਆਂ ਪਰਮੇਸ਼ਵਰ ਕਹਿੰਦਾ ਝੂਠੀਆਂ। ਸੋ ਲਿਖਿਆ, ਝੂਠੇ ਗੁਰੂ ਹੋਣਗੇ ਜਿਹੜੇ ਨਾਸ ਕਰਨ ਵਾਲੀਆਂ ਬਿਦਤਾਂ ਚੋਰੀ ਅੰਦਰ ਲਿਆਉਣਗੇ, ਗੁਪਤ ਤਰੀਕੇ ਨਾਲ ਉਹ ਤੁਹਾਨੂੰ ਆਪਣੇ ਪਿੱਛੇ ਲਾ ਲੈਣਗੇ, ਅਤੇ ਉਸ ਸੁਆਮੀ ਦਾ ਜਿਹਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ ਕਰਾਉਣਗੇ। ਉਹਨਾਂ ਨੇ ਨਾਸ ਹੋਣਾ, ਪਰਮੇਸ਼ਵਰ ਨੇ ਉਹਨਾਂ ਨੂੰ ਨਾਸ ਲਈ ਰੱਖਿਆ, ਜਿਹੜੇ ਉਹ ਖੇਡਦੇ ਨੇ, ਸਾਡੇ ਵਿਸ਼ਵਾਸ ਨੂੰ ਖੇਡ ਦਿੰਦੇ ਨੇ, ਜਿਹੜੇ ਸਾਨੂੰ ਸੱਚੇ ਵਿਸ਼ਵਾਸ ਤੋਂ ਭਟਕਾ ਦਿੰਦੇ ਨੇ। ਔਰ ਫਿਰ ਲਿਖਿਆ, ਬਹੁਤੇ ਉਹਨਾਂ ਦੇ ਲੁੱਚ-ਪੁਣੇ ਦੇ ਮਗਰ ਲੱਗ ਤੁਰਨਗੇ, ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇ। ਜਿਹੜੀ ਗੱਲ ਮੈਂ ਸ਼ੁਰੂ 'ਚ ਕਹੀ, ਅੱਜ ਕਿਉਂ ਵਿਰੋਧ ਸ਼ੁਰੂ ਹੋ ਗਿਆ ਦੂਜੇ ਸਾਡੇ ਸਿੱਖ ਭੈਣਾਂ ਭਰਾਵਾਂ ਵੱਲੋਂ, ਦੂਜਿਆਂ ਵੱਲੋਂ ਵੀ ਕਿਉਂ ਵਿਰੋਧ ਸ਼ੁਰੂ ਹੋ ਗਿਆ? ਕਿਉਂਕਿ ਸੱਚਾਈ ਦੇ ਮਾਰਗ ਦੀ ਬਦਨਾਮੀ ਹੋ ਗਈ ਹੈ। ਹੁਣ ਕੀ ਹੈ, ਸਾਡੇ ਬਾਰੇ, ਮਸੀਹਾਂ ਬਾਰੇ ਕੀ ਜਾਣਿਆ ਜਾਂਦਾ? ਇਹ ਪੈਸਾ ਲੈ ਕੇ ਪ੍ਰਚਾਰ ਕਰਦੇ ਨੇ, ਇਹ ਲਾਲਚ ਨੂੰ ਪ੍ਰਚਾਰ ਕਰਦੇ ਨੇ, ਦੂਜਿਆਂ ਨੂੰ ਲਾਲਚ ਦੇ ਕੇ ਈਸਾਈ ਬਣਾਉਂਦੇ ਨੇ, ਦੂਜਿਆਂ ਨੂੰ ਪਖੰਡ ਦੇ ਮਗਰ ਲਾ ਕੇ ਕਰਦੇ ਨੇ। ਬਦਨਾਮੀ ਹੋ ਗਈ ਪਰਮੇਸ਼ਵਰ ਦੇ ਵਚਨ ਦੀ। ਬਾਣੀ ਨੇ ਸਾਫ਼ ਸਪਸ਼ਟ ਗੱਲਾਂ ਕਹੀਆਂ। ਇਹ ਕੀ ਹੈ? ਬਦਨਾਮੀ ਹੋ ਗਈ। ਔਰ ਲਿਖਿਆ ਕਿ ਬਹੁਤੇ ਉਹਨਾਂ ਦੇ ਲੁੱਚ-ਪੁਣੇ ਦੇ ਮਗਰ, ਬਾਈਬਲ ਕਹਿੰਦੀ ਉਹ ਲੁੱਚ-ਪੁਣਾ ਜਿਹੜਾ ਉਹ ਕਰ ਰਹੇ, ਮੇਰੇ ਸ਼ਬਦ ਨਹੀਂ ਹੈ, ਬਾਈਬਲ ਕਹਿੰਦੀ ਹੈ ਜਿਹੜੇ ਝੂਠੇ ਪ੍ਰਚਾਰਕ ਨੇ, ਜਿਹੜਾ ਇਹ ਪਖੰਡਵਾਦ ਤੁਰ ਪਿਆ, ਉਹ ਲੁੱਚ-ਪੁਣਾ ਹੈ। ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ, ਜਿਹੜੀ ਝੂਠੀ ਸਿੱਖਿਆ, ਅਤੇ ਜੇ ਅਸੀਂ ਉਹਨਾਂ ਦੇ ਮਗਰ ਲੱਗ ਤੁਰਦੇ ਹਾਂ ਤਾਂ ਫਿਰ ਕੀ ਹੋਇਆ? ਅਸੀਂ ਲੁੱਚ-ਪੁਣੇ ਦੇ ਮਗਰ ਲੱਗ ਤੁਰੇ। ਅਤੇ ਜੇ ਅਸੀਂ ਲੁੱਚ-ਪੁਣੇ ਦੇ ਮਗਰ ਲੱਗ ਤੁਰੇ, ਜੇ ਲੁੱਚੇ ਦੇ ਮਗਰ ਤੁਰਾਂਗੇ, ਤਾਂ ਫਿਰ ਅਸੀਂ ਕੀ ਕਹਾਵਾਂਗੇ, ਕੀ ਸਾਨੂੰ ਕਿਹਾ ਜਾਏਗਾ, ਉਹ ਤੁਸੀਂ ਆਪ ਸਮਝ ਸਕਦੇ ਹੈ ਨਾ। ਲੁੱਚੇ ਦੇ ਮਗਰ ਤੁਰਨ ਵਾਲੇ ਨੂੰ ਉਸੇ ਨਾਂ ਨਾਲ ਹੀ ਬੁਲਾਇਆ ਜਾਏਗਾ। ਸੋ ਲੁੱਚ-ਪੁਣਾ, ਇਸ ਗੱਲ ਨੂੰ ਸਮਝਣਾ ਔਰ ਦਿਮਾਗ 'ਚ ਬਿਠਾ ਲਈਏ ਇਸ ਗੱਲ ਨੂੰ। ਇਹ ਜਿਹੜਾ ਪਖੰਡਵਾਦ, ਜੋ ਚਮਤਕਾਰ ਔਰ ਇਹ ਸਭ ਹੈ, ਇਹ ਲੁੱਚ-ਪੁਣਾ ਬਾਈਬਲ ਕਹਿੰਦੀ ਹੈ। ਇਹ ਝੂਠੀ ਸਿੱਖਿਆ ਅਤੇ ਲੁੱਚ-ਪੁਣਾ ਹੈ,
ਇਹਦੇ ਮਗਰ ਲੋਕ ਲੱਗ ਤੁਰਨਗੇ, ਚੰਗੇ ਭਲੇ ਵਿਸ਼ਵਾਸੀ ਵੀ, ਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਹੋ ਜਾਏਗੀ। ਜਦੋਂ ਜ਼ਿੰਦਗੀ ਨਹੀਂ ਬਦਲਦੀ ਔਰ ਅਸੀਂ ਕਹਿੰਦੇ ਵੀ ਅਸੀਂ ਵਿਸ਼ਵਾਸੀ ਹਾਂ ਔਰ ਜਗ੍ਹਾ ਜਗ੍ਹਾ ਭਟਕਦੇ ਫਿਰਦੇ ਹਾਂ, ਤੇ ਫਿਰ ਸਾਡੇ ਰਾਹੀਂ ਪਰਮੇਸ਼ਵਰ ਦੇ ਨਾਂ ਦੀ ਉਸ ਸੱਚਾਈ ਦੇ ਮਾਰਗ ਦੀ ਬਦਨਾਮੀ ਹੁੰਦੀ ਹੈ। ਇਸ ਗੱਲ ਨੂੰ ਸਮਝਣਾ। ਔਰ ਫਿਰ ਲਿਖਿਆ, ਲੋਭ ਦੇ ਮਾਰੇ ਉਹ ਬਣਾਉਟ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਢੰਗ ਬਣਾ ਛੱਡਣਗੇ। ਸਾਡੀ ਜੇਬ ਨੂੰ ਲੁੱਟੀ ਜਾਂਦੇ ਨੇ ਐਸੇ ਪ੍ਰਚਾਰਕ, ਸਾਡੀ ਜੇਬ 'ਚੋਂ ਪੈਸਾ ਚੋਰੀ ਕਰੀ ਜਾਂਦੇ ਨੇ, ਸਾਡੇ ਹੱਥਾਂ ਤੋਂ ਸੋਨਾ ਲਵਾ ਲੈਂਦੇ ਨੇ, ਸਾਡੇ ਗਲਿਆਂ 'ਚੋਂ ਚੇਨਾਂ ਲਵਾ ਲੈਂਦੇ ਨੇ, ਸਾਡੀ ਜੇਬ 'ਚੋਂ ਪੈਸਾ ਕੱਢ ਲੈਂਦੇ ਨੇ, ਤੇ ਸਾਨੂੰ ਪਤਾ ਵੀ ਨਹੀਂ ਲੱਗਦਾ, ਕਿਉਂਕਿ ਅਸੀਂ ਮੂਰਖ ਬਣ ਗਏ। ਲੁੱਚਿਆਂ ਦੇ ਮਗਰ ਜੇ ਲੱਗਾਂਗੇ ਤੇ ਫਿਰ ਬੁੱਧ ਇਸ ਤਰ੍ਹਾਂ ਦੀ ਭ੍ਰਿਸ਼ਟ ਹੋ ਜਾਏਗੀ। ਹੁਣੇ ਇੱਕ ਵੀਡੀਓ ਮੈਂ ਵੇਖਿਆ, ਬੜਾ ਪ੍ਰਸਿੱਧ ਪ੍ਰਚਾਰਕ ਹੈ ਸਾਡੇ ਪੰਜਾਬ ਦਾ, ਮੈਂ ਨਾਂ ਨਹੀਂ ਲਊਂਗਾ, ਪਰ ਉਸ ਵੀਡੀਓ ਦੇ ਵਿੱਚ ਸ਼ਾਇਦ ਤੁਹਾਡੇ ਜੋ ਕਈਆਂ ਨੇ ਵੇਖਿਆ ਵੀ ਹੋਵੇ, ਤਾੜੀਆਂ ਵਜਾ ਰਹੇ ਨੇ ਲੋਕ, ਗੀਤ ਭਜਨ ਬੋਲ ਰਹੇ ਨੇ, ਤੇ ਜਦੋਂ ਤਾੜੀਆਂ ਵਜਾ ਰਹੇ ਨੇ ਤਾਂ ਹੱਥਾਂ 'ਚ ਪਸੀਨਾ ਆ ਗਿਆ ਤਾੜੀਆਂ ਵਜਾਉਂਦਿਆਂ। ਔਰ ਫਿਰ ਉਹਦਾ ਪ੍ਰਚਾਰ ਕੀ ਹੈ ਕਿ ਆਪਣੇ ਹੱਥਾਂ ਨੂੰ ਖੋਲ੍ਹ ਕੇ ਵੇਖੋ, ਇਹਦੇ ਵਿੱਚ ਸੋਨਾ ਆ ਗਿਆ ਤੁਹਾਡੇ ਹੱਥਾਂ 'ਚ, ਚਮਕ ਰਹੇ ਨੇ ਤੁਹਾਡੇ ਹੱਥ, ਔਰ ਉਹ ਜਿਹੜਾ ਚਮਕ ਜੋ ਤੁਹਾਡੇ ਹੱਥਾਂ 'ਚ ਆਈ ਹੈ, ਇਹਨੂੰ ਕੀ ਹੈ, ਇਹ ਸੋਨਾ ਇਕੱਠਾ ਹੋ ਰਿਹਾ ਤੁਹਾਡੇ ਹੱਥਾਂ 'ਚ, ਸੋਨਾ ਆਇਆ। ਔਰ ਵਜ੍ਹਾ ਕੀ ਸੀ, ਉਹਨੇ ਪਹਿਲਾਂ, ਕਿਉਂਕਿ ਉਹ ਤੇਲ ਦਿੰਦਾ ਸਾਰਿਆਂ ਨੂੰ ਵੀ ਆਪਣੇ ਹੱਥਾਂ ਨੂੰ ਤੇਲ ਮਲੋ, ਤੇ ਆਪਣੇ ਜਿੱਥੇ ਵੀ ਤੁਹਾਡੇ ਬਿਮਾਰੀ ਹੈ ਉੱਥੇ ਲਓ, ਹੱਥਾਂ 'ਚ ਤੇਲ ਮਲ ਕੇ ਤੇ ਕਰੋ। ਉਸ ਤੋਂ ਬਾਅਦ ਜਦੋਂ ਗੀਤ ਭਜਨ ਬੋਲੇ ਜਾਂਦੇ ਨੇ, ਤੇਲ ਪਹਿਲਾਂ ਹੀ ਹੱਥਾਂ 'ਤੇ ਲੱਗਾ, ਔਰ ਫਿਰ ਤਾੜੀਆਂ ਮਾਰਦੇ ਨੇ, ਤੇ ਉਹ ਪਸੀਨਾ ਜਦੋਂ ਆ ਜਾਂਦਾ ਹੈ ਤੇ ਉਹ ਚਮਕਦਾ ਹੈ। ਤੇ ਉਹਦਾ ਪ੍ਰਚਾਰ ਕੀ ਸੀ, ਮੈਂ ਲੱਭ ਕੇ ਹੋ ਸਕਿਆ ਤੇ ਤੁਹਾਨੂੰ ਮੈਂ ਗਰੁੱਪ 'ਚ ਵੀ ਉਹ ਵੀਡੀਓ ਪਾਵਾਂਗਾ। ਉਹਦਾ ਪ੍ਰਚਾਰ ਕੀ ਸੀ ਕਿ ਹੁਣ ਆਪਣੇ ਹੱਥਾਂ 'ਚ ਵੇਖੋ ਤੇ ਤੁਹਾਡੇ ਹੱਥਾਂ 'ਚ ਸੋਨਾ ਆ ਗਿਆ। ਔਰ ਲੋਕ ਇੰਨੀ ਮੂਰਖਤਾ ਕਿ ਲੋਕ ਇੰਨਾ ਨਹੀਂ ਸਮਝ ਰਹੇ ਕਿ ਕੀ ਕਰ ਕੀ ਰਿਹਾ, ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠੇ ਨੇ, ਲੋਕ ਖੁਸ਼ ਹੋ ਰਹੇ, ਤਾੜੀਆਂ ਵਜਾ ਰਹੇ, ਔਰ ਬੜਾ ਉਹਦੇ ਪ੍ਰਤੀ ਬੜੀ ਲੋਕਾਂ ਦੇ ਮਨ 'ਚ ਸ਼ਰਧਾ ਕਿ ਇਹ ਤਾਂ ਬੜਾ ਚਮਤਕਾਰੀ ਹੈ, ਤੇ ਵੇਖੋ ਸੋਨਾ ਆ ਗਿਆ ਸਾਡੇ ਹੱਥਾਂ 'ਚ, ਹੈ ਨਾ। ਕਿੰਨੀ ਵੱਡੀ ਮੂਰਖਤਾ ਜੇ ਅਸੀਂ ਐਸੀ ਗੱਲਾਂ 'ਤੇ ਅਜੇ ਵੀ ਵਿਸ਼ਵਾਸ ਕਰਦੇ ਹਾਂ। ਇੱਕ ਮੈਂ ਵੀਡੀਓ ਪਹਿਲਾਂ ਵੀ ਇੱਕ ਵਾਰੀ ਸ਼ਾਇਦ ਸ਼ੇਅਰ ਵੀ ਕੀਤਾ ਸੀ ਗਰੁੱਪ ਦੇ ਵਿੱਚ, ਕਿ ਉਹ ਕਹਿੰਦਾ ਤੁਹਾਡੇ ਮਿਰਾਕਲ ਮਨੀ ਤੁਹਾਡੇ ਪਰਸਾਂ ਦੇ ਵਿੱਚ ਆ ਜਾਏਗੀ, ਪੈਸਾ ਆ ਜਾਏਗਾ। ਸੋਚ ਕੇ ਵੇਖੋ ਕਿ ਗੱਲ ਕੀ ਕਰ ਰਿਹਾ। ਤੁਸੀਂ ਪੈਸੇ ਲਈ ਪਰਮੇਸ਼ਵਰ ਨੂੰ ਮੰਨਿਆ? ਜੇ ਪਰਮੇਸ਼ਵਰ ਨੇ ਦੇਣਾ ਹੋਏਗਾ ਤੁਹਾਡੇ ਹੱਥਾਂ ਦੀ ਮਿਹਨਤ ਰਾਹੀਂ ਦੇਵੇਗਾ। ਸੋ ਕੀ ਹੈ ਉਹਦਾ ਪ੍ਰਚਾਰ ਕੀ ਸੀ ਕਿ ਸਿਰ ਤੁਹਾਡੇ ਹੱਥਾਂ 'ਚ ਨਾ ਸੋਨਾ ਪੈਦਾ ਹੋ ਗਿਆ, ਤੁਹਾਡੇ ਪਰਸ 'ਚ ਪੈਸੇ ਆ ਗਏ, 500 ਦਾ ਨੋਟ ਹੁਣੇ ਹੀ ਵੇਖੋ ਤੁਹਾਡੇ ਪਰਸ 'ਚ ਆ ਗਿਆ। ਲਿਖਿਆ ਬਾਈਬਲ ਕੀ ਕਹਿੰਦੀ, ਲੁੱਚਪੁਣਾ ਹੈ, ਬਹੁਤ ਸਖਤ ਸ਼ਬਦ ਪਰਮੇਸ਼ਵਰ ਕਹਿੰਦੀ ਲੁੱਚਪੁਣਾ ਹੈ। ਤੇ ਐਸੀਆਂ ਗੱਲਾਂ ਦੇ ਜੇ ਮਗਰ ਅਸੀਂ ਲੱਗਦੇ ਹਾਂ, ਅਜੇ ਵੀ ਅਸੀਂ ਦੱਸ ਪੈਣ ਤੇ ਅਸੀਂ ਭੱਜ ਜਾਂਦੇ ਹਾਂ, ਤੇ ਫਿਰ ਉਹ ਲੁੱਚਪੁਣੇ ਦੇ ਮਗਰ ਅਸੀਂ ਜਾਂਦੇ ਹਾਂ। ਬਾਈਬਲ ਸਖਤ ਸ਼ਬਦਾਂ ਦੇ ਵਿੱਚ ਕਹਿੰਦੀ ਹੈ, ਦੂਸਰਾ ਪਤਰਸ 2 ਅਧਿਆਇ 2 ਆਇਤ ਦੇ ਵਿੱਚ ਆਪ ਪੜ੍ਹ ਲਿਓ ਤੁਸੀਂ। ਔਰ ਲਿਖਿਆ, ਬਹੁਤੇ ਉਹਨਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ। ਬਦਨਾਮੀ ਹੋ ਰਹੀ, ਇਸ ਪਖੰਡਵਾਦ ਕਰਕੇ ਬਦਨਾਮੀ ਹੋ ਰਹੀ ਹੈ ਕਿ ਮਸੀਹ ਐਸੇ ਹੁੰਦੇ ਨੇ। ਔਰ ਫਿਰ ਕੀ ਆ, ਅਤੇ ਲੋਭ ਦੇ ਮਾਰੇ ਉਹ ਬਣਾਉਟ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਢੰਗ ਬਣਾ ਛੱਡਣਗੇ। ਤੁਸੀਂ ਉਹਨਾਂ ਦੀ ਖੱਟੀ ਦਾ ਸਾਧਨ ਜੀ। ਤੁਹਾਨੂੰ ਸੋਨਾ ਮਿਲਿਆ ਜਾਂ ਨਹੀਂ ਮਿਲਿਆ, ਤੁਹਾਡੇ ਪਰਸ 'ਚ ਪੈਸੇ ਆਏ ਜਾਂ ਨਹੀਂ ਆਏ, ਪਰ ਇੰਨਾ ਜ਼ਰੂਰ ਪਤਾ ਕਿ ਤੁਸੀਂ 150 ਉੱਥੇ ਛੱਡ ਕੇ ਆਏ। ਔਰ ਕਈ ਇੰਨੇ ਮੂਰਖ ਨੇ ਜਿਹੜੇ ਆਪਣੀਆਂ ਚੇਨਾਂ ਲਾ ਕੇ ਤੇ ਆਪਣਾ ਹੋਰ ਵੀ ਕਈ ਕੁਝ ਉੱਥੇ ਛੱਡ ਕੇ ਆਏ। ਕਿੱਥੇ ਚਲੀ ਗਈ ਬੁੱਧ? ਹੈ ਨਾ, ਕਿੱਥੇ ਉਹ ਅਕਲ? ਜਿਹੜੇ ਐਸੇ ਲੋਕ ਨੇ, ਸ਼ੈਤਾਨ ਨੇ ਉਹਨਾਂ ਦੀ ਬੁੱਧ ਭ੍ਰਿਸ਼ਟ ਕਰ ਛੱਡੀ ਹੈ। ਸਿਰਫ ਇਹੀ ਕਵਾਂਗੇ, ਬਾਈਬਲ ਦਾ ਮਾਰਗ ਸੱਚਾਈ ਦਾ ਮਾਰਗ ਹੈ। ਯਿਸੂ ਮਸੀਹ ਨੇ ਕਿਹਾ, ਮੈਂ ਰਾਹ, ਸੱਚਾਈ ਤੇ ਜਿਉਣ ਹੈ। ਇਹ ਸੱਚਾਈ ਨਹੀਂ ਹੈ ਜਿਹੜੀ ਅਸੀਂ ਸਿੱਖਿਆ, ਅਸੀਂ ਸੁਣਦੇ ਹਾਂ ਔਰ ਜਿਹਦੇ ਮਗਰ ਅਸੀਂ ਲੱਗ ਤੁਰਦੇ ਹਾਂ। ਇਹ ਝੂਠ ਹੈ, ਪਖੰਡ ਹੈ, ਲੁੱਚਪੁਣਾ। ਬਾਈਬਲ ਐਸੀ ਗੱਲ ਨਹੀਂ ਕਹਿੰਦੀ। ਯਿਸੂ ਮਸੀਹ ਰਾਹ, ਸੱਚਾਈ ਤੇ ਜਿਉਣ, ਇਹ ਗੱਲ ਕਹੀ ਹੈ। ਸੱਚਾਈ ਹੈ, ਆਪੇ ਹੀ ਵਿਚਾਰ ਕਰ ਲਓ ਕਿ ਇਹਨਾਂ ਗੱਲਾਂ 'ਚ ਸੱਚਾਈ ਹੈ। ਜੇ ਸੱਚਾਈ ਨਹੀਂ ਹੈ ਤਾਂ ਫਿਰ ਯਿਸੂ ਮਸੀਹ ਨਹੀਂ ਹੈ, ਕਿਉਂਕਿ ਯਿਸੂ ਮਸੀਹ ਨੇ ਕਿਹਾ ਸੱਚਾਈ ਤੇ ਮੈਂ ਹੀ ਹੈ। ਤੇ ਬਾਈਬਲ ਕਹਿੰਦੀ ਕਿ ਐਸੀਆਂ ਗੱਲਾਂ ਝੂਠ ਨੇ। ਔਰ ਫਿਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਜਿਹੜਾ ਝੂਠ ਹੁੰਦਾ ਉਹ ਕਿਹਦੇ ਵੱਲੋਂ ਹੈ? ਸ਼ੈਤਾਨ ਵੱਲੋਂ। ਤੇ ਜਿਹੜੇ ਝੂਠ ਦੇ ਮਗਰ ਲੱਗ ਤੁਰਦੇ ਨੇ ਉਹ ਪਰਮੇਸ਼ਰ ਵੱਲੋਂ ਨਹੀਂ, ਉਹ ਆਪਣੇ ਪਿਓ ਸ਼ੈਤਾਨ ਤੋਂ ਨੇ। ਸਿੱਧੀ ਜੀ ਗੱਲ ਬਾਈਬਲ ਵਿੱਚ ਲਿਖਿਆ। ਐਸੇ ਲੋਕ ਜਿਹੜੇ ਇਸ ਲੁੱਚਪੁਣੇ ਦੇ ਮਗਰ ਲੱਗਦੇ ਨੇ, ਝੂਠੀ ਸਿੱਖਿਆ ਦੇ ਮਗਰ ਲੱਗ ਤੁਰਦੇ ਨੇ, ਉਹ ਪਰਮੇਸ਼ਰ ਤੋਂ ਨਹੀਂ ਨੇ, ਉਹ ਆਪਣੇ ਪਿਓ ਸ਼ੈਤਾਨ ਤੋਂ ਨੇ। ਬਾਈਬਲ ਕਹਿੰਦੀ ਉਹਨਾਂ ਦਾ ਪਿਓ ਸ਼ੈਤਾਨ ਹੈ, ਪਰਮੇਸ਼ਰ ਨਹੀਂ ਹੈ। ਉਹ ਬਿਨਾਂ ਸ਼ੱਕ ਆਪਣੇ ਆਪ ਨੂੰ ਯਿਸੂ ਮਸੀਹ ਕਹਿਣ, ਵੀ ਯਿਸੂ ਮਸੀਹ ਨੂੰ ਮੰਨਦੇ ਆ, ਮਸੀਹ ਆ ਅਸੀਂ, ਬੜੀ ਦੁਆ ਬੰਦਗੀ ਹੈ, ਸਾਡਾ ਬਹੁਤ ਪਰਮੇਸ਼ਰ ਨਾਲ ਪਿਆਰ ਹੈ। ਪਰ ਜੋ ਐਸੀਆਂ ਗੱਲਾਂ ਦੇ ਪਿੱਛੇ ਲੱਗਦੇ, ਬਾਈਬਲ ਕਹਿੰਦੀ ਹੈ ਉਹ ਆਪਣੇ ਪਿਓ ਸ਼ੈਤਾਨ ਤੋਂ ਨੇ, ਕਿਉਂਕਿ ਝੂਠੀ ਸਿੱਖਿਆ ਦੇ ਮਗਰ ਲੱਗ ਤੁਰੇ, ਝੂਠੇ ਨੇ। ਔਰ ਫਿਰ ਲਿਖਿਆ, ਉਹਨਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਚਿਰੋਕਣਾ ਹੋਇਆ ਸੀ, ਚਿਰ ਤੋਂ ਪਰਮੇਸ਼ਰ ਨੇ ਸਜ਼ਾ ਦਾ ਹੁਕਮ ਦਿੱਤਾ ਹੈ, ਉਹ ਢਿੱਲ ਨਹੀਂ ਕਰਦਾ ਤੇ ਉਹਨਾਂ ਦਾ ਨਾਸ ਉਗਲਾਉਂਦਾ ਨਹੀਂ, ਮਤਲਬ ਦੇਰੀ ਨਹੀਂ ਉਹਨਾਂ ਦੇ ਨਾਸ 'ਚ। ਉਹਨਾਂ ਦਾ ਨਾਸ ਪਰਮੇਸ਼ਵਰ ਵੱਲੋਂ ਕੀਤਾ ਜਾਏਗਾ। ਔਰ ਜਿਹੜੇ ਉਹਨਾਂ ਦੇ ਮਗਰ ਲੱਗ ਤੁਰਦੇ ਨੇ ਉਹਨਾਂ ਦਾ ਵੀ ਨਾਸ ਹੋਏਗਾ। ਕਿਉਂ? ਕਿਉਂਕਿ ਅਗਲੀ ਆਇਤ ਦੇ ਵਿੱਚ ਲਿਖਿਆ ਹੈ, ਜਦੋਂ ਪਰਮੇਸ਼ਵਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕੂਪਾਂ ਵਿੱਚ ਪਾ ਦਿੱਤਾ, ਭਈ ਨਿਆਂ ਦੇ ਦਿਨ ਲਈ ਕਾਬੂ ਰਹਿਣ। ਕਹਿਣ ਦਾ ਮਤਲਬ ਕੀ ਹੈ? ਸ਼ੈਤਾਨ ਨੇ ਜਦੋਂ ਦੂਤਾਂ ਨੂੰ ਮਗਰ ਲਾਇਆ ਤੇ ਪਰਮੇਸ਼ਵਰ ਨੇ ਉਹਨਾਂ ਦਾ ਵੀ ਲਿਹਾਜ਼ ਨਹੀਂ ਕੀਤਾ। ਸ਼ੈਤਾਨ ਨੂੰ ਸੁੱਟਿਆ ਔਰ ਉਹਦੇ ਨਾਲ ਜਿਹੜੇ ਮਗਰ ਚੱਲਣ ਵਾਲੇ ਸੀ ਉਹਨਾਂ ਨੂੰ ਵੀ ਨਰਕ 'ਚ ਤੇ ਅੰਧਕੂਪਾਂ 'ਚ ਪਰਮੇਸ਼ਵਰ ਨੇ ਪਾ ਦਿੱਤਾ। ਸੋ ਜੈਸਾ ਗੁਰੂ ਵੈਸਾ ਚੇਲਾ, ਜਿਹਦੇ ਮਗਰ ਚੱਲਾਂਗੇ ਵੈਸੇ ਹੀ ਅਸੀਂ ਬਣਾਂਗੇ।
ਜੇ ਝੂਠੀ ਸਿੱਖਿਆ ਦੇ ਮਗਰ ਲੱਗ ਤੁਰਦੇ ਹਾਂ, ਲੁੱਚਪੁਣੇ ਦੇ ਮਗਰ ਲੱਗ ਤੁਰਦੇ ਹਾਂ, ਅਸੀਂ ਪਖੰਡ ਦੇ ਮਗਰ ਲੱਗ ਤੁਰਦੇ ਹਾਂ, ਜਿਹੜਾ ਅੱਜ ਅਸੀਂ ਵੇਖਦੇ ਹਾਂ ਮਸੀਹਾਂ ਨੇ ਸ਼ੁਰੂ ਕੀਤਾ ਹੈ, ਤੇ ਫਿਰ ਅਸੀਂ ਵੈਸੇ ਹੀ ਗਿਣੇ ਜਾਵਾਂਗੇ ਔਰ ਵੈਸੇ ਹੀ ਸਾਡਾ ਹਸ਼ਰ ਹੋਏਗਾ, ਜੈਸਾ ਪਰਮੇਸ਼ਵਰ ਨੇ ਉਹਨਾਂ ਝੂਠੇ ਗੁਰੂਆਂ ਲਈ, ਉਹਨਾਂ ਝੂਠੇ ਜਿਹੜੇ ਮਸੀਹ ਗੁਰੂ ਬਣਦੇ ਨੇ ਆਪਣੇ ਆਪ ਨੂੰ, ਜਿਹੜੇ ਝੂਠੇ ਨਬੀ ਕਹਿੰਦੇ ਨੇ, ਉਹਨਾਂ ਲਈ ਜੋ ਪਰਮੇਸ਼ਵਰ ਨੇ ਠਹਿਰਾਇਆ, ਉਹੀ ਹਸ਼ਰ ਉਹਨਾਂ ਦੇ ਪਿੱਛੇ ਜਾਣ ਵਾਲਿਆਂ ਦਾ ਹੋਵੇਗਾ। ਔਰ ਮਿਲਦਾ ਕੱਖ ਨਹੀਂ ਹੈ। ਉਹ ਜਿਹੜੇ ਇਸ ਤਰ੍ਹਾਂ ਤੁਰੇ ਫਿਰਦੇ ਨੇ ਜਗ੍ਹਾ ਜਗ੍ਹਾ ਸੁਣ ਕੇ ਵੀ ਆ ਤੇ ਉਹ ਹੈ, ਜਿਸ ਤਰ੍ਹਾਂ ਡੇਰੇ ਜਗ੍ਹਾ ਜਗ੍ਹਾ ਬਣ ਗਏ ਨੇ, ਲੋਕ ਮਗਰ ਲੱਗ ਤੁਰਦੇ ਨੇ, ਹੋਣਾ ਕੁਝ ਨਹੀਂ ਹੈ। ਉਹ ਕਿਸੇ, ਉਹਨਾਂ ਦਾ ਕੋਈ ਟਿਕਾਣਾ ਨਹੀਂ ਉਹਨਾਂ ਲੋਕਾਂ ਦਾ ਜਿਹੜੇ ਉੱਥੇ ਜਾਂਦੇ ਨੇ, ਉਹਨਾਂ ਭਟਕਦੇ ਰਹੇ ਨੇ ਤੇ ਭਟਕਦੇ ਰਹਿਣਾ। ਕੱਲ੍ਹ ਨੂੰ ਉਹਦੇ ਨਾਲੋਂ ਕੋਈ ਚੰਗਾ ਉੱਠਿਆ ਜਿੱਥੇ ਜ਼ਿਆਦਾ ਚਮਤਕਾਰ ਹੈ, ਤਾਂ ਉਹਨਾਂ ਕਹਿਣਾ ਵੀ ਹੁਣ ਉੱਥੇ ਚੱਲਦੇ। ਪਰਸੋਂ ਉਹਦੇ ਨਾਲੋਂ ਕੋਈ ਚੰਗਾ ਉੱਠਿਆ ਤਾਂ ਉਹਨੇ ਕਹਿਣਾ ਉੱਥੇ ਚੱਲਦੇ। ਤੁਸੀਂ ਆਪ ਵੇਖੋ, ਉਹਨਾਂ ਦੀਆਂ ਜਾ ਕੇ ਜਾਇਦਾਦਾਂ ਵੇਖੋ ਐਸੇ ਪ੍ਰਚਾਰਕਾਂ ਦੀਆਂ, ਹਜ਼ਾਰਾਂ, 100 ਸੈਂਕੜੇ ਏਕੜਾਂ ਦੇ ਵਿੱਚ ਉਹਨਾਂ ਨੇ ਲੈ ਕੇ ਤੇ ਪੰਡਾਲ ਬਣਾਏ। ਔਰ ਕਈ ਜਿਨ੍ਹਾਂ ਨੇ NRI ਜਿਹੜੇ ਬਾਹਰ ਲੋਕ ਰਹਿਣ ਵਾਲੇ, ਉਹਨਾਂ ਲਈ ਹੋਟਲ ਬਣਾਏ। ਔਰ ਉਹਨਾਂ ਦੇ ਘਰ ਵੇਖੋ, ਬੋਡੀਗਾਰਡ ਵੇਖੋ, ਉਹਨਾਂ ਨੂੰ ਮਿਲਣਾ ਤੇ ਤੁਹਾਨੂੰ ਅਪੁਆਇੰਟਮੈਂਟ ਲੈ ਕੇ ਜਾਣੀ ਚਾਹੀਦੀ ਹੈ। ਉਹਨਾਂ ਦੀ ਪ੍ਰਚਾਰ ਵੇਖੋ, ਜਿਹੜਾ ਉਹ ਆਪਣੀ ਸੇਵਕਾਈ ਬਾਰੇ ਦੱਸਦੇ ਨੇ। ਉਹਦੇ ਦੇਖੋ, ਪਾਸਟਰ ਨੂੰ ਮਿਲਣ ਲਈ ਇੰਨੇ ਲੱਖ ਰੁਪਇਆ, ਦੁਆ ਕਰਾਉਣ ਲਈ ਇੰਨੇ ਲੱਖ ਰੁਪਇਆ, ਹੈ ਨਾ, ਉਹ ਤੁਹਾਡੇ ਘਰ ਆਵੇ ਉਹਦੇ ਲਈ ਇੰਨੇ ਲੱਖ ਰੁਪਇਆ। ਇੰਨੇ ਬੁੱਧਹੀਣ ਔਰ ਇੰਨੇ ਬੇਵਕੂਫ ਅਸੀਂ ਕਿਸ ਤਰ੍ਹਾਂ ਬਣ ਗਏ ਕਿ ਅਸੀਂ ਇਹ ਗੱਲਾਂ ਸਾਨੂੰ ਦਿਖਾਈ ਨਹੀਂ ਦਿੰਦੀਆਂ ਵੀ ਕਿੱਧਰ ਨੂੰ ਗੱਲ ਜਾ ਰਹੀ। ਸਾਨੂੰ ਲੋਕਾਂ ਨੇ, ਐਸੇ ਪਖੰਡੀਆਂ ਨੇ ਸਾਨੂੰ ਖੱਟੀ ਦਾ ਸਾਧਨ ਬਣਾ ਲਿਆ, ਕਮਾਈ ਦਾ ਸਾਧਨ ਬਣਾ ਲਿਆ, ਤੇ ਅਸੀਂ ਬਣ ਗਏ। ਪਹਿਲਾਂ ਸਿਆਣੇ ਸਾਨੂੰ ਠੱਗ ਕੇ ਲੈ ਜਾਂਦੇ ਸੀ ਕਿ 5000 ਦਿਓ, 10000 ਦਿਓ ਤੇ ਤੁਹਾਡਾ ਹੱਲ ਹੋ ਜਾਏਗਾ। ਉੱਧਰੋਂ ਹਟੇ ਆ, ਉੱਧਰੋਂ ਪਰਮੇਸ਼ਵਰ ਨੇ ਸਾਨੂੰ ਹਟਾਇਆ, ਤੇ ਹੁਣ ਅਸੀਂ ਝੂਠੀ ਸਿੱਖਿਆ ਮਗਰ ਲੱਗ ਕੇ ਇੱਧਰ ਠੱਗੇ ਜਾ ਰਹੇ। ਔਰ ਇੱਧਰ ਉਹ ਤੋਂ ਵੀ ਵੱਡੇ ਠੱਗ ਨੇ, ਉਹਨਾਂ ਸਿਆਣਿਆਂ ਨਾਲੋਂ ਵੀ ਵੱਡੇ ਠੱਗ ਨੇ, ਕਿਉਂਕਿ ਇਹ ਬੜੀ ਚਲਾਕੀ ਨਾਲ ਸਾਨੂੰ ਫਸਾਉਂਦੇ ਨੇ। ਸਿਆਣੇ ਦਾ ਸਾਨੂੰ ਪਤਾ ਹੈ ਕਿ ਇਹ ਸਿਆਣਾ ਵਾ ਔਰ ਇਹਨੇ ਉਪਾਅ ਕਰਨਾ, ਤੇ ਸਾਡੇ ਕੋਲ ਕਮ ਸੇ ਕਮ ਸਾਫ਼ ਤੇ ਹੈ। ਇਹ ਤਾਂ ਬੜੀ ਚਲਾਕੀ ਨਾਲ ਲਿਖਿਆ, ਚੋਰੀ ਐਸੀ ਸਿੱਖਿਆ ਲੈ ਕੇ ਆਉਂਦੇ ਨੇ, ਬੜੇ ਗੁਪਤ ਤਰੀਕੇ ਨਾਲ ਸਾਨੂੰ ਭਰਮਾ ਲੈਂਦੇ ਨੇ ਔਰ ਆਪਣੇ ਪਿੱਛੇ ਲਾ ਲੈਂਦੇ ਨੇ। ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ 'ਤੇ ਵਿਚਾਰ ਕਰਨ ਦੀ ਲੋੜ ਹੈ। ਔਰ ਫਿਰ ਇੱਕ ਆਇਤ ਅਸੀਂ ਪੜ੍ਹਾਂਗੇ, ਇਸ ਜਗ੍ਹਾ 'ਤੇ ਲਿਖਿਆ 15 ਆਇਤ, ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਏ ਪੈ ਗਏ, ਤੇ ਬਿਓਰ ਦੇ ਪੁੱਤਰ ਬਿਲਾਮ ਦੇ ਮਾਰਗ ਹੋ ਤੁਰੇ, ਜਿਹਨੇ ਕੁਧਰਮ ਦੀ ਮਜ਼ਦੂਰੀ ਨੂੰ ਪਿਆਰਾ ਜਾਣਿਆ। ਜਿਹੜੇ ਬਿਲਾਮ ਦੀ ਕਹਾਣੀ ਨੂੰ ਜਾਣਦੇ ਨੇ, ਅਸੀਂ ਪੜ੍ਹਦੇ ਹਾਂ ਕਿ ਉਹਨੇ ਲਾਲਚ ਦੇ ਮਗਰ ਲੱਗ ਕੇ ਨਾ ਪਰਮੇਸ਼ਵਰ ਦੀ ਬਾਣੀ ਦਾ ਗਲਤ ਇਸਤੇਮਾਲ ਕੀਤਾ। ਉਹ ਭਵਿੱਖਬਾਣੀ ਔਰ ਪਰਮੇਸ਼ਵਰ ਦਾ ਵਚਨ ਲਾਲਚ ਮਗਰ ਲੱਗ ਕੇ ਪਰਮੇਸ਼ਵਰ ਦੇ ਲੋਕਾਂ ਨੂੰ ਸ਼ਰਾਪ ਦੇਣ ਤੁਰਿਆ। ਪਰਮੇਸ਼ਵਰ ਕਹਿੰਦਾ ਐਸੇ ਲੋਕ ਉਹਦੇ ਵਰਗੇ ਨੇ। ਸੋ ਪਰਮੇਸ਼ਵਰ ਆਪਣੇ ਵਚਨ 'ਤੇ ਬਰਕਤ ਦੇਵੇ। ਸਾਡੇ ਲਈ ਸੋਚਣ ਦੀ ਗੱਲ ਹੈ, ਵਿਚਾਰ ਕਰਨ ਦੀ ਗੱਲ ਹੈ ਨਾ, ਸਾਨੂੰ ਬੁਰੀ ਨਹੀਂ ਲੱਗਣੀ ਚਾਹੀਦੀ ਗੱਲ। ਪਰਮੇਸ਼ਵਰ ਨੇ 2 ਸ਼ਬਦ ਬੜੇ ਤਿੱਖੇ ਇਸ ਗੱਲ ਦੇ ਵਿੱਚ ਕਿਹਾ, ਇੱਕ ਲੁੱਚਪੁਣਾ ਕਿਹਾ ਸੀ ਸਿੱਖਿਆ ਨੂੰ, ਔਰ ਦੂਸਰੀ ਝੂਠੀ ਸਿੱਖਿਆ ਕਿਹਾ। ਔਰ ਜਿਹੜੇ ਐਸੀਆਂ ਗੱਲਾਂ ਦੇ ਮਗਰ ਲੱਗ ਤੁਰਦੇ ਨੇ, ਉਹ ਝੂਠੇ ਔਰ ਲੁੱਚਪੁਣੇ ਦੇ ਮਗਰ ਲੱਗਣ ਵਾਲੇ ਉਸੇ ਤਰ੍ਹਾਂ ਦੀ ਕਹਾਉਂਦੇ ਨੇ। ਸੋ ਬਾਈਬਲ ਸਾਫ਼ ਸਪਸ਼ਟ ਹੈ, ਪਰਮੇਸ਼ਵਰ ਲਿਹਾਜ਼ ਨਹੀਂ ਕਰਦਾ, ਨਾ ਮੇਰਾ ਕਰਦਾ ਨਾ ਤੁਹਾਡਾ ਕਰਦਾ ਹੈ। ਜਦੋਂ ਅਸੀਂ ਬਾਈਬਲ 'ਚੋਂ ਪੜ੍ਹਦੇ ਹਾਂ ਕੋਈ ਗੱਲ, ਤੇ ਸਾਨੂੰ ਸਿੱਧੀ ਸਾਡੇ ਦਿਲ ਨੂੰ ਲੱਗਦੀ ਹੈ, ਤੇ ਫਿਰ ਅਸੀਂ ਸੋਚਦੇ ਹਾਂ ਕਿ ਪਰਮੇਸ਼ਵਰ ਵੱਲੋਂ ਹੈ ਨਾ, ਪਰਮੇਸ਼ਵਰ ਸਾਨੂੰ ਇਹ ਗੱਲ ਸਾਡੇ ਨਾਲ ਕਰ ਰਿਹਾ। ਪਰ ਜੇ ਪਰਮੇਸ਼ਵਰ ਉਹੀ ਗੱਲ ਆਪਣੇ ਕਿਸੇ ਦਾਸ ਦੇ ਰਾਹੀਂ ਕਹੇ, ਤਾਂ ਫਿਰ ਸਾਨੂੰ ਪਰਮੇਸ਼ਵਰ ਦਾ ਵਚਨ ਨਹੀਂ ਦਿਖਾਈ ਦਿੰਦਾ। ਫਿਰ ਸਾਨੂੰ ਲੱਗਦਾ ਕਿ ਇਹਨੇ ਕਹੀ ਹੈ ਤੇ ਸਾਨੂੰ ਕਹੀ। ਸੋਚਣਾ, ਵਿਚਾਰ ਕਰਨਾ ਹੈ। ਜੇ ਮੈਂ ਤੁਹਾਨੂੰ ਫਰਜ਼ ਕਰੋ ਪਰਮੇਸ਼ਵਰ ਦਾ ਦਾਸ ਹੋਣ ਦੇ ਨਾਤੇ ਇਸ ਗੱਲ ਦੀ ਸਿੱਖਿਆ ਪਰਮੇਸ਼ਵਰ ਦੀ ਬਾਣੀ ਦੇ ਅਨੁਸਾਰ ਦਿੰਨਾ ਕਿ ਅਸੀਂ ਭਟਕਣਾ ਨਹੀਂ ਹੈ, ਉਹਦੇ ਪਿੱਛੇ ਮੇਰਾ ਕੋਈ ਲਾਲਚ ਨਹੀਂ, ਮੇਰਾ ਕੋਈ ਲੋਭ ਨਹੀਂ ਹੈ। ਤੁਸੀਂ ਜਿੱਥੇ ਤੁਹਾਡੀ ਇੱਛਾ ਤੁਸੀਂ ਜਾ ਸਕਦੇ ਹੈ ਨਾ। ਜਿਸ ਤਰ੍ਹਾਂ ਤੁਹਾਨੂੰ ਜੇ ਲੱਗਦਾ ਵੀ ਹਾਂ ਫਲਾਣੀ ਜਗ੍ਹਾ ਚਮਤਕਾਰ ਜਗ੍ਹਾ, ਤੇ ਫਲਾਣੀ ਜਗ੍ਹਾ ਸਾਡਾ ਜ਼ਿਆਦਾ ਫਾਇਦਾ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਰਾਹ ਖੁੱਲ੍ਹੇ ਪਏ ਨੇ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ। ਔਰ ਬਾਰ-ਬਾਰ ਮੈਂ ਇਸ ਗੱਲ ਨੂੰ ਕਹਿੰਦਾ, ਸਾਡੀ ਸੰਗਤ ਦੇ ਵਿੱਚ ਸਾਨੂੰ ਭੀੜ ਇਕੱਠੀ ਕਰਨ ਦੀ ਇਸ ਕਰਕੇ ਨਹੀਂ ਜ਼ਰੂਰਤ ਕਿ ਸਾਡੇ ਕੋਲ ਹੈ ਨਾ ਸਾਨੂੰ ਕਮਾਈ ਵੱਧ ਜੇ, ਹੈ ਨਾ। ਕੋਈ ਐਸੀ ਗੱਲ ਨਹੀਂ ਹੈ। ਪਰਮੇਸ਼ਵਰ ਜਾਣਦਾ ਤੁਹਾਡੇ ਦਿਲ ਨੂੰ ਵੀ, ਮੇਰੇ ਦਿਲ ਨੂੰ ਵੀ। ਔਰ ਹਮੇਸ਼ਾ ਪਖੰਡਵਾਦ ਦੇ ਖਿਲਾਫ ਮੈਂ ਨਿੱਜੀ ਤੌਰ 'ਤੇ ਵੀ ਰਿਹਾ, ਔਰ ਹੁਣ ਵੀ ਖਿਲਾਫ ਹੈ। ਮੈਂ ਵਿਰੋਧ ਵੀ ਕਰਦਾ ਐਸੇ ਲੋਕਾਂ ਦਾ ਜਿਹੜੇ ਲੋਕਾਂ ਨੂੰ ਲੁੱਚਪੁਣੇ ਦੇ ਮਗਰ ਝੂਠੀ ਸਿੱਖਿਆ ਦੇ ਕੇ ਆਪਣੇ ਫਾਇਦੇ ਲਈ ਲੋਕਾਂ ਨੂੰ ਮਗਰ ਲਾ ਰਹੇ ਨੇ, ਔਰ ਮੈਂ ਵਿਰੋਧ ਕਰਦਾ ਹੀ ਰਹੂੰਗਾ। ਪਰ ਇਸ ਗੱਲ ਲਈ ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਕਿੱਧਰ ਲੱਗ ਤੁਰੇ। ਪਰਮੇਸ਼ਵਰ 'ਤੇ ਵਿਸ਼ਵਾਸ ਰੱਖੀਏ, ਜਿਹੜਾ ਸੱਚਾ ਪਰਮੇਸ਼ਵਰ ਹੈ, ਉਹਨੇ ਕਰਨਾ, ਉਹਨੇ ਦੇਣਾ, ਉਹਨੇ ਤੁਹਾਡੇ ਲਈ ਸਫਲਤਾ ਦੇ ਰਾਹ ਖੋਲ੍ਹਣੇ ਨੇ, ਤੁਹਾਡੀ ਜ਼ਿੰਦਗੀ 'ਚ ਸੁੱਖ ਸ਼ਾਂਤੀ ਦੇਣੀ ਹੈ, ਤੁਹਾਨੂੰ ਖੁਸ਼ਹਾਲੀ ਦੇਣੀ ਹੈ, ਤਰੱਕੀ ਦੇਣੀ ਹੈ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣਾਉਣੀ, ਉਹਨੇ ਕਰਨਾ, ਕਿਸੇ ਨੇ ਨਹੀਂ ਕਰਨਾ। ਮੈਂ ਨਹੀਂ ਕਰਨਾ, ਕਿਸੇ ਪਖੰਡੀ ਪਾਸਟਰ ਨੇ ਨਹੀਂ ਕਰਨਾ, ਹੈ ਨਾ। ਤੁਹਾਡੇ ਲਈ ਸੋਚੋ ਕਿ ਅਸੀਂ ਕਿਸ ਤਰ੍ਹਾਂ ਲੋਕ ਸਾਨੂੰ ਮਗਰ ਲਾ ਲੈਂਦੇ ਨੇ, ਕਿਹੜੇ ਤਰੀਕੇ ਨਾਲ ਆਉਂਦੇ। ਪਰਮੇਸ਼ਵਰ ਦੇ ਨਾਂ 'ਚ ਲੋਕ ਸਾਨੂੰ ਖਿੱਚ ਕੇ ਲੈ ਜਾਂਦੇ ਨੇ ਕਿ ਉੱਥੇ ਸੰਗਤੀ ਹੈ, ਉੱਥੇ ਫਲਾਣਾ, ਉੱਥੇ ਆਹ ਅਤੇ ਉੱਥੇ। ਅਸੀਂ ਸੋਚਦੇ ਪਰਮੇਸ਼ਵਰ ਦਾ ਹੀ ਕੰਮ ਹੈ, ਚਲੋ ਪਰਮੇਸ਼ਵਰ ਦਾ ਵਚਨ ਸੁਣਨ ਜਾਂਦੇ, ਅਤੇ ਹੌਲੀ ਹੌਲੀ ਹੁੰਦਾ ਕੀ ਹੈ ਕਿ ਤੁਸੀਂ ਭਟਕਣਾ ਸ਼ੁਰੂ ਕਰ ਦਿੰਦੇ।
और फिर बाइबल कहती कि वो लुचपना तो झूठ है जिहदे मगर असीं लग तुरे। अपनी जिंदगी ते विचार करना है और परमेश्वर कोलों समझ मंगनी है, बुद्ध मंगनी कि परमेश्वर असीं ऐसियां गल्लां नूं समझ सकीए। आइए प्रार्थना करेंगे। प्रभु जी धन्नवाद करते सुंदर समय लिए और बहुत शुक्रगुजार हाँ आप दे पवित्र वचन वास्ते जो प्रभु महान परमेश्वर साढ़े तक किसी ना किसी तरीके नाल पहुँचदा और बार बार सानूं वार्निंग दिंदा, चेतावनी दिंदा है। प्यारे परमेश्वर अज दा उस समा है जिस बारे आपने कहा कि ऐसा समा आएगा जो लोग झूठी सिक्ख्या और ऐसियां गल्लां दे मगर लग तुरनगे और उस समा प्रभु दिखाई दे रहा है। मेरी प्रार्थना है मेरे उस एक एक भैन भाई वास्ते जिस समय आप दे वचन नूं सुन रहा, जिन्हें सुनिया और इस प्रार्थना नूं सुन रहा, आप दा आत्मा हरेक दे दिल नूं छू लवे और प्रभु आप दी सच्चाई उन्हां दे दिलां च आ जावे और प्रभु उन्हां दी अंदर दीयां अखां वो अखां जिहड़ियां शैतान ने प्रभु बंद कर रखियां ने, बहुत सारे लोगों दीयां, संसार दीयां भी और बहुत सारे विश्वासियों दीयां भी प्रभु जी महान परमेश्वर उन्हां दी उन्हां अखां नूं खोल देवे ताकि असीं आप दे वचन की सच्चाई नूं वेख सकीए प्रभु, झूठ और प्रभु लुचपणे और आप दे सच्चे वचन दे विच फर्क कर सकीए कि सच्चा परमेश्वर का वचन जो है जिहड़ा राह सच्चाई जीवन यीशु मसीह है वो सानूं की कहंदा ते ये प्रचारक सानूं की कहंदे। प्रभु आप सानूं आत्मिक समझ दिओ प्रभु, मेरे हरेक भैन भाई नूं समझ दिओ, आप दे उत्ते भरोसा रखिए, आप दे उत्ते विश्वास रखिए क्योंकि जो मिलता है आप तो मिलता है। मेरे भैन भाई नूं आप संभालो, मैनूं भी संभालो प्रभु, आप दे वचन की सच्ची सिक्ख्या खुदावंदा मेरी जिंदगी भी हमेशा बनी रहे, मैं आप भी उस पर चलना और मेरे भैन भाइयों भी आप दे वचन की सच्ची सिक्ख्या प्रभु महान परमेश्वर जो आप कहते जो आपकी बाणी जो आपका आत्मा कहता उन्होंने सामने रख सका ताकि वह अपन जिंदगियों प्रभु वेख के आपके वचन के अनुसार समझ के प्रभु जी सीधे राह पा सकन। प्यारे परमेश्वर आपकी बड़ी दया मांगते हैं, आपके पवित्र नाम की वडियाई करते हैं। मेरे भैन भाई बड़ी बरकत दो प्रभु यीशु के नाम च प्रार्थना मांगते हैं, आमीन। हुण साडे पिता परमेश्वर का प्रेम, प्रभु यीशु मसीह की संगति और पवित्र आत्मा की संगति, प्रभु यीशु मसीह की कृपा, परमेश्वर की हजूरी, परमेश्वर की दया, सब कुछ प्रभु जी महान परमेश्वर आपके लोगों के नाल हुण और आने वाले समय सदा तक बनी रहे, आमीन। सो परमेश्वर का धन्यवाद है। एक बार फिर मैं चेता कराऊँगा कि आने वाले दिनों असीं कोशिश कर रहे हैं संगत शुरू करन दी और एक एक परिवार चो एक एक जना जिहड़ा असीं कोशिश करांगे कि एक हफ्ते आ जाया करे और बच्चों नूं नहीं लियाईए, बच्चों घर छड्ड के आईए ताकि असीं थोड़ा जिहड़ा फर्क करके बैठ सकीए, थोड़े थोड़े लोग असीं संगति कर सकीए और जो परमेश्वर मौका देवे तो फिर असीं सारे मिल के पहला वांग संगति कर सकीए। सो इस गल नूं ध्यान रखिए, इस गल दे लई प्रार्थना भी करिए। परमेश्वर तुहानूं सारिआं नूं बरकत दे।